श्री वाहिगुरु साहिब जी। गुरु गरीब निवाज एक ओंकार सतनाम करता पुरख निरभौ निर्वैर। अकाल मूरत अजूनी सैभं गुर प्रसाद जप। आद सच जुगाद सच है भी सच। नानक होसी भी सच। ज्ञान ध्यान किछ कर्म न जाना सार न जाना तेरी। सब ते वड्डा सतगुर नानक जिन कल राखी मेरी। ज्यों बुलावै त्यों बोलै स्वामी कुदरत कवन हमारी। साध संग नानक जस गायो जो प्रभ की अत प्यारी। गुरपूरा जिन सिमरिया सेई पै निहाल। नानक नाम आराधना कारज आवै रास। नानक नाम आराधना कारज आवै रास। जित दर्शन करना तेरा सोई वेला धन है गुरा। दर्शन करना तेरा सोई वेला धन है गुरा। दर्शन करना तेरा सोई वेला धन है गुरा। जित दर्शन करना तेरा सोई वेला धन है गुरा। जित दर्शन करना तेरा सोई वेला धन है गुरा। जित दर्शन करना तेरा सोई वेला धन है गुरा। जित दर्शन करना तेरा सोई वेला धन है गुरा। सोई वेला जी धन है गुरा। सोई वेला जी धन है गुरा। वेला जी धन है
ਸੋਈ ਵੇਲਾ ਜੀ ਧਨ ਹੈ ਗੁਰਾ ਹਾਂ ਸੋਈ ਵੇਲਾ ਜੀ ਧਨ ਹੈ ਗੁਰਾ ਸੋਈ ਵੇਲਾ ਜੀ ਧਨ ਹੈ ਗੁਰਾ ਵੇਲਾ ਜੀ ਧਨ ਹੈ ਗੁਰਾ ਸੋਈ ਵੇਲਾ ਜੀ ਧਨ ਹੈ ਗੁਰਾ ਸੋਈ ਵੇਲਾ ਜੀ ਧਨ ਹੈ ਗੁਰਾ ਸੋਈ ਵੇਲਾ ਜੀ ਧਨ ਹੈ ਗੁਰਾ ਜਿਤ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧਨ ਹੈ ਗੁਰਾ ਜਿਤ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧਨ ਹੈ ਗੁਰਾ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧਨ ਹੈ ਗੁਰਾ ਜਿਤ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧਨ ਹੈ ਗੁਰਾ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧਨ ਹੈ ਗੁਰਾ ਜਿਤ ਦਰਸ਼ਨ ਕਰਨਾ ਤੇਰਾ ਸੋਈ ਵੇਲਾ ਧਨ ਹੈ ਗੁਰਾ ਤਨ ਸੋ ਵੇਲਾ ਘੜੀ ਧਨ ਤਨ ਮੂਰਤ ਪਲ ਸਾਰ ਤਨ ਸੋ ਦਿਨ ਸੰਜੋਗੜਾ ਜਿਤ ਡਠਾ ਗੁਰ ਦਰਸਾਰ ਜਿਤ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਤਨ ਭਾਲਿਆ ਲੈ ਧੂਰ ਮੁਖ ਲਾਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਬਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਤੁਧ ਆਗਾ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ 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 ਇਹ ਨਾਮ ਦੀਆਂ ਵਡਿਆਈਆਂ ਨੇ ਸਭ ਨਾਮ ਦੀਆਂ ਵਡਿਆਈਆਂ ਨੇ ਤੇਰੇ ਨਾਮ ਦੀਆਂ ਵਡਿਆਈਆਂ ਨੇ ਨਾਮ ਦੀਆਂ ਵਡਿਆਈਆਂ ਨੇ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ ਨੇ ਉਹ ਨਾਮ ਦੀਆਂ ਵਡਿਆਈਆਂ ਨੇ ਨਾਮ ਦੀਆਂ ਵਡਿਆਈਆਂ ਨੇ ਨਾਮ ਦੀਆਂ ਵਡਿਆਈਆਂ ਨੇ ਸਭ ਨਾਮ ਦੀਆਂ ਵਡਿਆਈਆਂ ਨੇ
ਵਡਿਆਈਆਂ ਨੇ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ ਨੇ ਤੇਰੇ ਨਾਮ ਦੀਆਂ ਵਡਿਆਈਆਂ ਸਾਹਿਬ ਤੇਰੇ ਨਾਮ ਦੀਆਂ ਵਡਿਆਈਆਂ ਨੇ ਨਾਮ ਦੀਆਂ ਵਡਿਆਈਆਂ ਸਾਹਿਬ ਤੇਰੇ ਨਾਮ ਦੀਆਂ ਵਡਿਆਈਆਂ ਨੇ ਵਡਿਆਈਆਂ ਸਾਹਿਬ ਤੇਰੇ ਨਾਮ ਦੀਆਂ ਵਡਿਆਈਆਂ ਨੇ ਨਾਮ ਦੀਆਂ ਵਡਿਆਈਆਂ ਸਾਹਿਬ ਤੇਰੇ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਸਾਹਿਬ ਤੇਰੇ ਨਾਮ ਦੀਆਂ ਵਡਿਆਈਆਂ ਨੇ ਨਾਮ ਦੀਆਂ ਵਡਿਆਈਆਂ ਸਾਹਿਬ ਤੇਰੇ ਨਾਮ ਦੀਆਂ ਵਡਿਆਈਆਂ ਨੇ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ 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 ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਨਾਮ ਨਾ ਜਾਣੇ ਮੇਰਾ ਜੁਗ ਜੁਗ ਟਲ ਚਬਰ ਛਤਰ ਤਖਤਾਂ ਦੇ ਮਾਲਕ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਦਰੇ ਰਹਿਮਤ ਹੋਈ ਹੈ। ਸੱਚੇ ਪਾਤਸ਼ਾਹ ਜੀ ਨੇ ਸੁਭਾਗੀਆਂ ਜਿਹੜੀਆਂ ਘੜੀਆਂ ਨੇ ਉਹ ਬਖਸ਼ਿਸ਼ ਕੀਤੀਆਂ ਨੇ। ਤਾਤੇ ਮਹਾਰਾਜ ਦੀ ਗੋਦ ਦੇ ਵਿੱਚ ਜੁੜ ਕੇ ਬੈਠੇ ਆ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰ ਘਰ ਦਾ ਸੇਵਕ ਪਰਿਵਾਰ ਪ੍ਰਧਾਨ ਸਰਦਾਰ ਅਜੈਬ ਸਿੰਘ ਜੀ, ਉਹਨਾਂ ਦੀ ਫਲਵਾੜੀ ਭਾਈ ਸੁਰਜੀਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਜੋ ਕਿ ਵਿਦੇਸ਼ਾਂ ਦੇ ਵਿੱਚ ਸਤਿਗੁਰ ਮਹਾਰਾਜ ਦੀ ਕਿਰਪਾ ਹੈ, ਕਿਰਤ ਵਿਰਤ ਕਰਦੇ ਨੇ, ਰਹਿੰਦੇ ਨੇ। ਸਾਧ ਸੰਗਤ ਜੀ ਸਾਰਾ ਹੀ ਪਰਿਵਾਰ ਤੇ ਪੋਤਰੀ ਡਾਕਟਰ ਅਮਨਦੀਪ ਕੌਰ ਜੋ ਕੈਨੇਡਾ ਵਿਖੇ ਸੈਟਲ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਪਵਿੱਤਰ ਚਰਨ ਆਪਣੇ ਗ੍ਰਹਿ ਵਿਖੇ ਪਰਸਣੇ ਕੀਤੇ। ਸੇਵਾ ਦਾ ਸੁਭਾਗ ਸਮਾਂ ਬਖਸ਼ਿਆ। ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਦਰ ਘਰ ਦੇ ਸੇਵਕ ਪਰਿਵਾਰ ਨੂੰ ਆਪਣੇ ਦਰ ਦੀ ਸੇਵਾ ਦਾ ਸੁਭਾਗ ਸਮਾਂ ਬਖਸ਼ੋ। ਮਹਾਰਾਜ ਜੀ ਚੱਲ ਕੇ ਆਏ ਦਰਬਾਰ ਸਾਹਿਬ ਤੋਂ ਪਰਿਵਾਰ ਦੇ ਗ੍ਰਹਿ ਵਿਖੇ। ਪਰਸੋਂ ਰੋਜ਼ ਤੋਂ ਤੁਰ ਦਰਗਾਹੀ ਰੱਬੀ ਅਕਾਲੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੁਰ ਦਰਗਾਹੀ ਰੱਬੀ ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਪ੍ਰਾਰੰਭ ਕਰਨ ਦੀ ਬੇਨਤੀ ਕੀਤੀ। ਪਰਸੋਂ ਰੋਜ਼ ਤੋਂ ਗੁਰੂ ਕੇ ਵਜ਼ੀਰ ਪਾਠੀ ਸਾਹਿਬਾਨਾਂ ਨੇ ਸਾਧ ਸੰਗਤ ਜੀ ਬਾਣੀ ਇੱਕ ਓੰਕਾਰ ਤੋਂ ਆਦ ਤੋਂ ਮੱਧ ਤੋਂ ਸੰਪੂਰਨ ਹੋ ਕਰਕੇ ਸਵੇਰ ਵੇਲੇ ਭੋਗ ਪਏ। ਖੁੱਲੇ ਪੰਡਾਲਾਂ ਵਿੱਚ ਸਾਹਿਬਾਂ ਦੇ ਦਾਰੇ ਬਖਸ਼ ਰਹੇ ਨੇ ਤੇ ਗੁਰੂ ਘਰ ਦੇ ਕੀਰਤਨੀਏ ਬੜੇ ਪਿਆਰ ਦੇ ਵਿੱਚ ਭਿੱਜ ਕੇ ਗੁਰੂ ਕੇ ਵਜ਼ੀਰ ਬਾਬਾ ਜੀ ਤਿਨਾਂ ਨੇ ਹਰੀ ਜਸ ਕੀਰਤਨ ਅੰਮ੍ਰਿਤ ਗੁਰਬਾਣੀ ਦਾ ਗਾਇਨ ਕੀਤਾ। ਸਾਧ ਸੰਗਤ ਜੀ ਆਓ ਥੋੜਾ ਜਿਹਾ ਸਮਾਂ ਹੋਰ ਜੋ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਰਲ ਮਿਲ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਭਾਗਾਂ ਵਾਲਿਆਂ ਨੂੰ ਜਿਹੜੀ ਸੇਵਾ ਇਹ ਨਸੀਬ ਹੋਇਆ ਕਰਦੀ ਹੈ। ਭਾਗਾਂ ਵਾਲੇ ਨੇ ਸੇਵਾ ਕਰਦੇ ਨੇ। ਸਤ ਸੰਗਤ ਵੀ ਸਤਿਗੁਰ ਦੀ ਕਿਰਪਾ ਤੋਂ ਬਿਨਾਂ ਜਿਹੜੀ ਸਤਸੰਗ ਨਹੀਂ ਹੁੰਦੀ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ।
ਇਹ ਸੰਗਤ ਦੀਆਂ ਘੜੀਆਂ ਆਏ ਸਾਲ ਹੀ ਪਰਿਵਾਰ ਤੇ ਸਤਿਗੁਰ ਮਹਾਰਾਜ ਜੀ ਕਿਰਪਾ ਕਰਦੇ ਨੇ। ਸੇਵਾ ਸਤਿਗੁਰ ਪਾਸੋਂ ਮੰਗ ਕੇ ਪਰਿਵਾਰ ਲੈਂਦਾ ਸਾਧ ਸੰਗਤ ਜੀ। ਤੇ ਜਿਸ ਭਾਵਨਾ ਦੇ ਨਾਲ ਕੋਈ ਸੇਵਾ ਕਰਦਾ, ਇਸ ਦਰ ਦੇ ਉੱਤੇ ਰਾਈ ਦੇ ਦਾਣੇ ਜਿੰਨੀ ਵੀ ਜਿਹੜੀ ਆ ਉਹ ਘਾਲ ਘੁਮਾਈ ਕੀਤੀ ਹੋਈ ਅਜਾਈ ਨਹੀਂ ਜਾਂਦੀ ਸੇਵਾ। ਇਸ ਦਰ ਦੇ ਉੱਤੇ ਸੇਵਾ ਦੇ ਵਿੱਚੋਂ ਵੱਡੇ ਵੱਡੇ ਮੁਰਾਤਬੇ ਪ੍ਰਾਪਤ ਹੋ ਗਏ ਨੇ। ਇਤਿਹਾਸ ਨੂੰ ਪੜ੍ਹਦੇ ਆ, ਬਾਚਦੇ ਆ ਸਾਧ ਸੰਗਤ ਜੀ। ਸੇਵਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਕੁਛ ਦਿਨ ਪਹਿਲਾਂ ਹੀ 551ਵਾਂ ਜਿਹੜਾ ਆਗਮਨ ਪ੍ਰਕਾਸ਼ ਗੁਰਪੁਰਬ ਉਹ ਲੰਘ ਕੇ ਗਿਆ ਹੈ। ਸਾਰੇ ਸੰਸਾਰ ਨੇ, ਕੱਲੇ ਸਿੱਖਾਂ ਨੇ ਨਹੀਂ ਸਾਧ ਸੰਗਤ ਜੀ, ਕਿਉਂਕਿ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਮਨੁੱਖਤਾ ਦੇ, ਸਾਰੀ ਕਾਇਨਾਤ ਦੇ ਸਾਂਝੇ ਰਹਿਬਰ ਸੰਸਾਰ ਦੇ ਵਿੱਚ ਨਿਰਗੁਣ ਤੋਂ ਸਰਗੁਣ ਸਰੂਪ ਧਾਰ ਕੇ ਸੰਸਾਰ ਵਿੱਚ ਆਏ ਤੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ। ਸਾਧ ਸੰਗਤ ਜੀ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰੂ ਨਾਨਕ ਦੇ ਘਰ ਦਾ ਹੀ ਹੈ। ਤਦ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੱਲੇ ਸਿੱਖਾਂ ਦੇ ਗੁਰੂ ਨਹੀਂ, ਸਾਰੀ ਕਾਇਨਾਤ ਦੇ ਜਿਸ ਭਾਵਨਾ ਦੇ ਨਾਲ ਕੋਈ ਆਉਂਦਾ ਹੈ। ਕਲਗੀਧਰ ਮਹਾਰਾਜ ਜੀ ਨੇ ਡਾਂਕੇ ਦੀ ਚੋਟ ਉੱਤੇ ਕਹਿ ਦਿੱਤਾ, ਭਾਈ ਸਾਚ ਕਹੋ ਸੁਣ ਲੇਹੋ ਸਭੈ। ਕੋਈ ਇੱਕ ਮਜ਼੍ਹਬ ਫਿਰਕੇ ਦੀ ਗੱਲ ਨਹੀਂ, ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਦਰ ਘਰ ਰੱਬ ਦਾ ਮਾਰਗ, ਪਰਮੇਸ਼ਰ ਦਾ ਮਾਰਗ, ਵਾਹਿਗੁਰੂ ਦੇ ਦਰ ਦਾ ਰਾਸਤਾ। ਇਹ ਤਾਂ ਪ੍ਰੇਮ, ਜਿਨ੍ਹਾਂ ਨੇ ਕੋਈ ਮਰਜ਼ੀ ਕਰਕੇ ਦੇਖ ਲਓ, ਤੇ ਪ੍ਰੇਮ ਦੇ ਨਾਲ ਹੀ ਆ ਜਿਹੜੀ ਸੇਵਾ ਹੁੰਦੀ ਹੈ, ਪ੍ਰੇਮ ਦੇ ਨਾਲ ਹੀ ਸੰਗਤ ਹੁੰਦੀ ਹੈ। ਸੰਗਤ ਵਿੱਚ ਆ ਕੇ ਹੋਰ ਪ੍ਰੇਮ ਦੀ ਚੇਟਕ ਲੱਗਦੀ ਹੈ ਤੇ ਪ੍ਰੇਮ ਪੈਦਾ ਹੋਇਆ ਹੀ ਭਜਨ ਸਾਧ ਸਾਂਝੀ ਕੀਤਾ ਜਾ ਸਕਦਾ, ਜਿਸ ਦੀ ਤਾਕੀਦ ਸਾਰੀ ਗੁਰਬਾਣੀ ਕਰ ਰਹੀ ਹੈ। ਭਾਈ ਪਰਮੇਸ਼ਰ ਦਾ ਨਾਮ ਜਪਿਆਂ ਤੋਂ ਬਿਨਾਂ, ਸੇਵਾ ਕੀਤਿਆਂ ਤੋਂ ਬਿਨਾਂ ਤੇਰਾ ਇਹ ਸੰਸਾਰ ਵਿੱਚ ਆਇਆ ਜਿਹੜਾ ਉਹ ਸਫਲਾ ਨਹੀਂ ਹੋਣਾ। ਬਾਕੀ ਜਿਹੜੇ ਕਰਮ ਕਿਰਤ ਬਖਸ਼ੀ ਆ ਉਹ ਤਾਂ ਕਰਨੀ ਆ, ਮਹਾਰਾਜ ਜੀ ਨੇ ਡਿਊਟੀਆਂ ਲਾਈਆਂ ਨੇ। ਸਾਧ ਸੰਗਤ ਜੀ, ਕੋਈ ਕਿਸੇ ਦਾ ਧੀ ਹੈ, ਪੁੱਤਰ ਹੈ, ਭੈਣ ਭਰਾ, ਸਾਕ ਸੰਬੰਧ ਸਭ ਪੂਰਵ ਜਨਮ ਕੇ ਮਿਲੇ ਸੰਜੋਗੀ ਸਭ ਇਕੱਠੇ ਹੋਏ ਆ। ਪਰ ਇਹਦੇ ਨਾਲ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਬਚਨ ਕਰਿਆ ਕਰਦੇ, ਦੋ ਕਰਮ ਨੇ ਇਨਸਾਨ ਦੇ, ਇੱਕ ਮੁੱਖ ਆ, ਇੱਕ ਗੌਣ। ਮੁੱਖ ਕੰਮ ਹੈ ਭਈ ਪ੍ਰਾਪਤ, ਮਾਨੁਖ ਦੇਹੁਰੀਆ। ਤੇ ਜਿਹੜੇ ਗੌਣ ਕਰਮ ਨੇ ਉਹ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਕਰਦੇ ਆ ਆਪਾਂ। ਜਿਹੜੀਆਂ ਡਿਊਟੀਆਂ ਨੇ ਕਿਰਤ ਬਿਰਤ ਦਸਾਂ ਨੋਹਾਂ ਦੀ, ਇਹ ਪਰਮ ਫਰਜ਼ ਆ, ਸਾਰੀਆਂ ਡਿਊਟੀਆਂ ਨਿਭਾਉਣੀਆਂ। ਸਾਧ ਸੰਗਤ ਜੈਸੇ ਪੁੱਤਰ ਦਾ ਫਰਜ਼ ਹੁੰਦਾ ਹੈ, ਬਾਬਾ ਜੀ ਸਿਆੜ ਸਾਹਿਬ ਵਾਲੇ ਸਮਤ ਬਖਸ਼ਿਆ ਕਰਦੇ। ਪੁੱਤਰ ਦਾ ਜਿਹੜਾ ਪਰਮ ਫਰਜ਼, ਪਰਮ ਧਰਮ ਹੈ, ਆਪਣੇ ਮਾਤਾ ਪਿਤਾ ਦੇ ਬਚਨ ਦੇ ਉੱਤੇ ਪਹਿਰਾ ਦੇਣਾ, ਬਚਨ ਨੂੰ ਮੰਨਣਾ, ਮਾਤਾ ਪਿਤਾ ਦੀ ਸੇਵਾ ਕਰਨੀ। ਕਹਿੰਦੇ ਇਹੀ ਉਹਦਾ ਨਾਮ ਹੈ। ਆਖੋ ਸਤਿਨਾਮ। ਪਤਨੀ ਦਾ ਫਰਜ਼ ਸਾਧ ਸੰਗਤ ਜੀ ਪਤੀ ਦੇ ਹੁਕਮ ਦੇ ਵਿੱਚ ਰਹਿਣਾ, ਪਤਿਵ੍ਰਤਾ ਇਸਤਰੀ, ਇਹੀ ਉਹਦਾ ਨਾਮ ਹੈ ਸਾਧ ਸਾਂਝੀ। ਤੇ ਜਿਹੜਾ ਸਿੱਖ ਦਾ ਪਰਮ ਫਰਜ਼ ਹੈ ਆਪਣੇ ਗੁਰੂ ਦੇ ਹੁਕਮ ਵਿੱਚ ਰਹਿਣਾ। ਆਖੋ ਸਤਿਨਾਮ। ਇਹੀ ਉਹਦਾ ਨਾਮ ਹੈ, ਇਹੀ ਉਹਦੀ ਸੇਵਾ ਹੈ। ਸਾਧ ਸੰਗਤ ਜੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ 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 ਕਰ ਮਾਨੀ। ਮਹਾਰਾਜ ਜੀ ਨੇ 3 ਵਾਰੀ ਆਖਿਆ। ਤੇ ਸੇਵਾ ਦੇ ਵਿੱਚ ਵੱਡੇ ਵੱਡੇ ਮੁਰਾਤਬੇ ਨੇ ਇਸ ਦਰ ਘਰ ਦੇ ਉੱਤੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਬਾਬਾ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸਾਰੇ ਸੰਸਾਰ ਨੇ ਮਨਾਇਆ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਧ ਸੰਗਤ, ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਜਦੋਂ ਸਰੀਰ ਕਰਕੇ ਸਰਗੁਣ ਜਾਮੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦਸਈ ਪਾਤਸ਼ਾਹੀਆਂ ਸਾਧ ਸੰਗਤ ਜੀ ਇਸ ਸੰਸਾਰ ਵਿੱਚ ਵਿਚਰੀਆਂ ਸਰਗੁਣ ਜਾਮੇ ਅੰਦਰ, ਤਦ ਵੀ ਮਹਾਰਾਜ ਜੀ ਨੇ ਉਪਦੇਸ਼ ਗੁਰਬਾਣੀ ਰਾਹੀਂ ਸੰਸਾਰ ਨੂੰ ਦੇਣਾ ਕੀਤਾ। ਤੇ
ਅੱਜ ਵੀ ਉਪਦੇਸ਼ ਗੁਰੂ ਸਾਹਿਬ ਜਾਗਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਪਦੇਸ਼ ਸੰਸਾਰ ਨੂੰ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦਾ ਹੀ ਦੇ ਰਹੇ ਨੇ। ਤੇ ਮਹਾਰਾਜ ਦੇ ਚਰਨਾਂ ਵਿੱਚ ਕਿੰਨਿਆਂ ਨੇ ਆ ਕੇ ਸੇਵਾ ਕੀਤੀ, ਕਿੰਨਿਆਂ ਨੇ ਦਰਸ਼ਨ ਕੀਤੇ। ਦੇਖ ਲਿਆ ਦੀਦਾਰ ਪਵਿੱਤਰ ਜਿਸ ਨੇ ਇਸ ਸਤਿਗੁਰ ਦਾ, ਜੀਵਨ ਮੁਕਤ ਮਿਲੀ ਤਿਸ ਤਾਈਂ ਫੇਰ ਨਾ ਹੋਇਆ ਮੁਰਦਾ। ਜਿਨ੍ਹਾਂ ਨੇ ਇੱਕ ਵਾਰ ਦਿਦਾਰੇ ਕਰ ਲਏ ਸਾਧ ਸੰਗਤ ਜੀ, ਭਾਵੇਂ ਕੌਡਾ ਰਾਖਸ਼ ਭੂਮੀਆਂ ਚੋਰ, ਸੱਜਣ ਠੱਗ ਦੀਪਾਲਪੁਰ ਦਾ ਕੌੜੀ ਕੋੜੀ ਹਮਜਾ ਗੌਸ ਵਲੀ ਕੰਧਾਰੀ। ਕਿੰਨਾ ਕਿੰਨਾ ਦੀ ਗੱਲ ਕਰਾਂ ਜਿਨ੍ਹਾਂ ਤੇ ਇੱਕ ਨਜ਼ਰ ਪਾ ਦਿੱਤੀ ਸਾਧ ਸੰਗਤ ਜੀ। ਲੋਕ ਤੇ ਪਰਲੋਕ ਇੰਨੀ ਸੁਹੇਲਾ ਕੀਤਾ, ਦੂਜਿਆਂ ਨੂੰ ਵੀ ਤਾਰਨ ਵਾਲੇ ਬਣਾ ਦਿੱਤਾ। ਆਖੋ ਸਤਿਨਾਮ ਵਾਹਿਗੁਰੂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗਿਣਤੀ ਦੇ ਸਾਲ ਰਹਿ ਕੇ ਸੇਵਾ ਕੀਤੀ ਬਾਬਾ ਲਹਿਣਾ ਜੀ ਨੇ। ਤੇ ਸੇਵਾ ਗਿਣਤੀ ਦੇ ਸਾਲ ਆਏ, ਬਸ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਰਾਤ ਨੂੰ ਦਿਨ ਕਹਿਤਾ ਸਤ ਬਚਨ, ਦਿਨ ਨੂੰ ਰਾਤ ਕਹਿਤਾ ਸਤ ਬਚਨ। ਸਾਧ ਸੰਗਤ ਜੀ ਉਹ ਕਸਵਟੀਆਂ ਲਾ ਲਾ ਕੇ, ਪਰਚੇ ਪਾ ਪਾ ਕੇ, ਬਸ ਮਨ ਵਿੱਚ ਇੱਕੋ ਹੀ ਹੈ ਬਾਬਾ ਲਹਿਣਾ ਜੀ ਦੇ। ਪਹਿਲਾਂ ਜੋ ਇਤਿਹਾਸ ਦੱਸਦਾ ਆਪਾਂ ਸੁਣਦੇ ਪੜ੍ਹਦੇ ਆ, ਦੇਵੀ ਦੇ ਚਾਲੇ ਵੀ ਜਾਂਦੇ ਨੇ, ਪਰ ਆਗੇ ਕਰਤਾਰਪੁਰ ਸਾਹਿਬ ਆ ਕੇ ਮੁੜ ਕੇ ਗਏ ਨਹੀਂ। ਫਿਰ ਸੇਵਾ ਕੀਤੀ ਸਫਲ ਹੈ। ਪਰਮੇਸ਼ਰ ਦੀ, ਗੁਰੂ ਦੀ ਖੁਸ਼ੀ ਬਖਸ਼ੀਸ਼ ਵੱਡੀ ਹੁੰਦੀ ਹੈ। ਮਿਲ ਜਾਵੇ ਤੇ ਇਹ ਜਿਹੜੀ ਸੇਵਾ ਇਸ ਦਰ ਦੇ ਉੱਤੋਂ ਮਿਲਦੀ ਹੈ ਭਾਈ ਕਰਮਾਂ ਦੇ ਨਾਲ, ਭਾਗਾਂ ਵਾਲਿਆਂ ਨੂੰ। ਐਸਾ ਸਤਿਗੁਰ ਜੀ ਦਾ ਫਰਮਾਨ ਹੈ, ਭਾਗਾਂ ਦੇ ਨਾਲ ਮਿਲਦੀ ਸੇਵਾ ਸਫਲੀ, ਸੇਵਾ ਸਫਲੀ। ਕਰਮਾਂ ਦੇ ਨਾਲ ਮਿਲਦੀ ਸੇਵਾ ਸਫਲੀ, ਸੇਵਾ ਸਫਲੀ। ਉਹ ਭਾਈ ਕਰਮਾਂ ਦੇ ਨਾਲ ਮਿਲਦੀ ਸੇਵਾ ਸਫਲੀ, ਸੇਵਾ ਸਫਲੀ। ਇਹ ਤਾਂ ਕਰਮਾਂ ਦੇ ਨਾਲ ਮਿਲਦੀ ਸੇਵਾ ਸਫਲੀ, ਸੇਵਾ ਸਫਲੀ। ਕਰਮਾਂ ਦੇ ਨਾਲ ਮਿਲਦੀ ਸੇਵਾ ਸਫਲੀ, ਸੇਵਾ ਸਫਲੀ। ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ। ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ। ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ। ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ। ਇਹ ਸੇਵਾ ਸਫਲੀ, ਸੇਵਾ ਸਫਲੀ, ਸੇਵਾ ਸਫਲੀ। ਇਹ ਕਰਮਾਂ ਦੇ ਨਾਲ ਮਿਲਦੀ ਸੇਵਾ ਸਫਲੀ, ਸੇਵਾ। ਉਹ ਭਾਈ ਭਾਗਾਂ ਦੇ ਨਾਲ ਮਿਲਦੀ ਸੇਵਾ ਸਫਲੀ, ਸੇਵਾ ਸਫਲੀ। ਮਿਲਦੀ ਸੇਵਾ ਸਫਲੀ, ਸੇਵਾ ਸਫਲੀ। ਕਰਮਾਂ ਦੇ ਨਾਲ ਮਿਲਦੀ ਸੇਵਾ ਸਫਲੀ, ਸੇਵਾ ਸਫਲੀ।
ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਭਾਗਾਂ ਦੇ ਨਾਲ ਇਹ ਪ੍ਰਾਪਤ ਹੋਇਆ ਕਰਦੀ ਹੈ। ਤੇ ਅੱਗੇ ਮੁਰਾਤਬੇ ਕਿੱਡੇ ਕਿੱਡੇ ਪਏ ਨੇ। ਸਾਧ ਸਾਈਂ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਬਾਬਾ ਲਹਿਣਾ ਜੀ ਨੇ। ਤੇ ਸੇਵਾ ਮੁਰਾਤਬੇ ਕਿੱਡੇ। ਸਾਧ ਸਾਈਂ ਜੀ ਆਪਣਾ ਹੀ ਰੂਪ ਬਣਾ ਲਿਆ ਬਾਬਾ ਲਹਿਣਾ ਜੀ ਨੂੰ। ਤੇ ਬਾਬਾ ਮੜੀ ਨਾ ਗੋਰ। ਤੇ ਹੁਣ ਕਿੱਥੇ ਵੱਸਦੇ ਨੇ ਗੁਰੂ ਨਾਨਕ? ਗੁਰੂ ਅੰਗਦ ਕੇ ਹੀਏ ਮੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸੰਸਾਰੀ ਤੌਰ ਦੇ ਉੱਤੇ ਕੁੜਮਾਚਾਰੀ ਲੱਗਦੀ ਹੈ। ਕਿੱਡੀ ਸਰੀਰਕ ਤੌਰ ਦੇ ਉੱਤੇ ਤਕਰੀਬਨ 60 ਸਾਲਾਂ ਦੀ ਆਜੂ ਹੈ। ਸੇਵਾ ਕੀਤੀ ਬਾਬਾ ਅਮਰਦਾਸ ਮਹਾਰਾਜ ਜੀ ਨੇ। ਹਰ ਸਾਲ ਹੀ ਤਕਰੀਬਨ 20 ਸਾਲ ਜਾਂਦੇ ਰਹੇ ਗੰਗਾ ਤੇ ਸੇਵਾ ਕੀਤੀ। ਆਪਣਾ ਰੂਪ ਬਣਾ ਦਿੱਤਾ ਤੀਜੇ ਗੁਰੂ ਨਾਨਕ। ਤੇ ਬਾਬਾ ਅਮਰਦਾਸ ਸੇਵਾ ਦੇ ਵਿੱਚ ਕਿੱਡੇ ਕਿੱਡੇ ਮੁਰਾਤਬੇ ਪਏ ਨੇ। ਪਾਵਨ ਅੰਮ੍ਰਿਤ ਗੁਰਬਾਣੀ ਸਾਧ ਸਾਂ ਜੀ ਸੇਵਾ ਤੀਜੀਆਂ ਚੌਥਿਆਂ ਸੋਢੀ ਸੁਲਤਾਨ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਪੰਜਵੇਂ ਤੇ ਉਹੀ ਜੋਤ ਪੰਜਵਿਆਂ ਤੋਂ ਛੇਵੇਂ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਆਪ ਨਰੈਣ ਕਲਾ ਧਾਰ ਜਗ ਮੈਂ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਜੋਤ ਪੰਜਵਿਆਂ ਛੇਵੇਂ ਤੋਂ ਸੱਤਵਿਆਂ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਉਹੀ ਜੋਤ ਮਹਾਰਾਜ ਜੀ ਨੇ ਸ਼੍ਰੀ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਟਿਕਾ ਕੇ ਸਾਧ ਸੰਗਤ ਜੀ ਹੁਕਮ ਕੀਤਾ। ਆਗਿਆ ਭਈ ਅਕਾਲ ਕੀ ਤਬੇ ਚਲਾਇਓ। ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕਾ ਕੇ ਹੁਕਮ ਕੀਤਾ। ਅੱਜ ਪ੍ਰਤੱਖ ਗੁਰੂ ਨਾਨਕ ਬੈਠੇ ਨੇ। ਜਿੰਨੇ ਅਸਮਾਨ ਦੇ ਤਾਰੇ ਨੇ ਉਹਨਾਂ ਦੀ ਗਿਣਤੀ ਸਾਧ ਸੰਗਤ ਜੀ ਕੀਤੀ ਜਾ ਸਕਦੀ ਹੈ। ਸਾਇੰਸਦਾਨ ਨੇ ਕਰ ਲਈ ਹੈ, ਵਿਗਿਆਨ ਨੇ ਕਰ ਲਈ ਹੈ ਸਾਧ ਸੰਗਤ ਜੀ। ਪਰ ਜਿੰਨੇ ਗੁਰੂ ਨਾਨਕ ਦੀ ਨਜ਼ਰ ਨੇ ਤਾਰੇ ਨੇ ਤੇ ਜਿੰਨੇ ਹੁਣ ਪ੍ਰਤੱਖ ਤਾਰ ਰਹੇ ਨੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇਸ ਦਰ ਘਰ ਦੇ ਉੱਤੇ ਜਿਸ ਭਾਵਨਾ ਦੇ ਨਾਲ ਕੋਈ ਅੱਜ ਵੀ ਸੇਵਾ ਕਰਦਾ, ਵੱਡੇ ਮੁਰਾਤਬੇ ਨੇ, ਵੱਡੇ ਮੁਰਾਤਬੇ ਨੇ। ਐ ਸਿੱਖਾ ਇਹ ਮਨਾ ਜਦੋਂ ਗੁਰੂ ਘਰ ਜਾਵੇਂ ਤੇਰੀ ਐਡੀ ਭਾਵਨਾ ਹੋਵੇ ਵੀ ਮੈਂ ਮਹਾਰਾਜ ਜੀ ਕੋਲ ਆ ਗਿਆ। ਪ੍ਰਤੱਖ ਗੁਰੂ ਨਾਨਕ ਬੈਠੇ ਨੇ, ਦਹਲੀਜ਼ ਦੇ ਅੰਦਰ ਕਦਮ ਰੱਖ ਲਿਆ, ਤੇਰੇ ਮਨ ਵਿੱਚ ਐਡਾ ਡਰ ਭਉ ਹੋਵੇ ਵੀ ਮਹਾਰਾਜ ਦੀਨ ਦੁਨੀ ਦੇ ਮਾਲਕ ਬੈਠੇ ਨੇ, ਤਿੰਨਾਂ ਲੋਕਾਂ ਦੇ ਮਾਲਕ ਬੈਠੇ ਨੇ, ਮੈਂ ਉਹਨਾਂ ਦੇ ਚਰਨਾਂ ਵਿੱਚ ਆਇਆ। ਮਤਾਂ ਕਿਤੇ ਉੱਚਾ ਸਾਹ ਵੀ ਤੇ ਜੈਸੀ ਭਾਵਨਾ ਸਾਧ ਸਾਂ ਜੀ ਵੈਸੀਆਂ ਬਰਕਤਾਂ, ਵੈਸੀਆਂ ਦਾਤਾਂ। ਇਸ ਦਰ ਦੇ ਉੱਤੇ ਸਾਚੇ ਸਾਹਿਬਾ ਆਖਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਸਾਧ ਸਾਂ ਚਤਰ ਦਿਸ਼ਾ ਕੀਨੋ ਮਲ ਆਪਣਾ ਸਿਰ ਉੱਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟੇ ਦਇਆਲ ਪੁਰਖ ਬਖਸ਼ੰਦ। ਜੋ ਮੰਗ ਹੈ ਠਾकुर अपने ते सोई नानक दास मुख तेजो बोला इहां उहां सच होगा। सब कुछ ही है बशर्त है जिवें आपां जाने आ ना कोई वस्तु लैनी होवे ते उस वस्तु नूं पाउण दे लई साध संगत जी कोई बैग चाहीदा है जिस विच लैके आउणा। ते गुरु दे दर दे उत्तों साध संगत जी जो तू कुछ प्राप्त करना है तेरी वैसी ओडी वड्डी शरधा दी भावना दी झोली चाहिदी है। ओडियां ही इस दर तो दाता ने। धन गुरु अंगद साहब महाराज जी संगत विच बिराजे हुए ने। बाबा बुढ़ा साहब जी, भाई बाला जी, साध संगत जी, भाई सधरना जी ते मोहरी सिख होर संगत बैठी है ते अज प्रेम दे विच बचन कर रहे ने। ते भाई बाला जी नूं प्रेम विच पुछिया करदे है, भाई बाला जी तुसी बचपन तो ही गुरु नानक साहब जी दे नाल रहे हो, उन्हां दी
ਵਿਚਾਰੋ ਸਾਖੀਆਂ ਨੂੰ ਸੁਣਾਉਣਾ ਕਰੋ। ਸਾਧ ਸਾਈ ਕਈ ਘੰਟੇ ਬੈਠ ਕਰਕੇ ਗੁਰੂ ਅੰਗਦ ਸਾਹਿਬ ਜੀ ਸੁਣਿਆ ਕਰਦੇ, ਮਨ ਵੈਰਾਗ ਵਿੱਚ ਹੋ ਜਾਣਾ। ਉਹਨਾਂ ਨੇ ਕਿੱਥੇ ਕਿੱਥੇ ਜਾ ਕੇ ਤਾਰਨਾ ਕੀਤਾ, ਕਿੱਥੇ ਕਿੱਥੇ ਦੀਨ ਦੁਨੀ ਦੀ ਪੁਕਾਰ ਸੁਣ ਕੇ ਪਹੁੰਚਣਾ ਕੀਤਾ। ਤੇ ਅੱਜ ਬੈਠੇ ਨੇ ਤੇ ਮਹਾਰਾਜ ਜੀ ਪੁੱਛਣ ਲੱਗਿਆ, ਭਾਈ ਬਾਲਾ ਜੀ ਤੁਸੀਂ ਗੁਰੂ ਕਿਆਂ ਦੇ ਨਾਲ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਚਪਨ ਤੋਂ ਹੀ ਰਹੇ। 4 ਉਦਾਸੀਆਂ ਚਾਰੇ ਦਿਸ਼ਾਵਾਂ ਦੇ ਵੱਲ, ਵੱਖ-ਵੱਖ ਦੇਸ਼ਾਂ ਦੇ ਵਿੱਚ, ਕੱਲਾ ਹਿੰਦੁਸਤਾਨ ਹੀ ਨਹੀਂ, ਮਹਾਰਾਜ ਜੀ ਨੇ ਜਾ ਕੇ ਕਲਿਆਣ ਕੀਤਾ। ਤੇ ਤੁਸੀਂ ਗੁਰੂ ਨਾਨਕ ਨੂੰ ਕੀ ਜਾਣ ਕੇ ਸੇਵਾ ਕੀਤੀ। ਤੇ ਖੜੇ ਹੋ ਗਏ ਸੰਗਤ ਵਿੱਚ, ਗਲ 'ਚ ਪੱਲਾ ਪਾਇਆ ਹੋਇਆ ਭਾਈ ਬਾਲਾ ਜੀ। ਐ ਗੁਰੂ ਸੱਚੇ ਪਾਤਸ਼ਾਹ ਉਹ ਇੱਕ ਪੂਰਨ ਸੰਤ ਸੀ, ਕਹਿੰਦੇ ਮੈਂ ਉਹਨਾਂ ਨੂੰ ਇੱਕ ਪੂਰਨ ਸੰਤ ਜਾਣ ਕੇ ਸੇਵਾ ਕੀਤੀ। ਤੇ ਗੁਰੂ ਅੰਗਦ ਸਾਹਿਬ ਆਖਣ ਲੱਗੇ, ਕਹਿੰਦੇ ਤਦ ਤੋਂ ਭਾਈ ਤੁਹਾਨੂੰ ਵੀ ਇੱਕ ਪੂਰਨ ਸੰਤ ਬਣਾ ਗਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਬੁੱਢਾ ਜੀ, ਬਾਬਾ ਜੀ ਤੁਸੀਂ ਵੀ ਬਚਪਨ ਵਿੱਚ ਆ ਗਏ ਸੀ, ਤੁਸੀਂ ਕੀ ਜਾਣਿਆ, ਤੁਸੀਂ ਕੀ ਜਾਣ ਕੇ ਸੇਵਾ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ। ਹੱਥ ਜੋੜੇ ਮਹਾਰਾਜ ਜੀ, ਉਹ ਪੂਰਨ ਬ੍ਰਹਮ ਗਿਆਨੀ, ਬ੍ਰਹਮ ਦੀ ਸਾਧ ਸੰਗਤ ਜੀ, ਉਹ ਮੈਂ ਉਹਨਾਂ ਨੂੰ ਪੂਰਨ ਬ੍ਰਹਮ ਗਿਆਨੀ ਜਾਣ ਕੇ, ਕਹਿੰਦੇ ਤਦ ਤੋਂ ਭਾਈ ਤੁਸੀਂ ਵੀ ਬ੍ਰਹਮ ਗਿਆਨੀ ਹੋਏ। ਆਪੋ ਆਪਣੀ ਸ਼ਰਧਾ ਦੇ ਮੁਤਲਕ ਸਾਧ ਸੰਗਤ ਜੀ ਆਪਣੀ ਭਾਵਨਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਅੱਗੇ ਪੇਸ਼ ਕੀਤੀ। ਗੁਰੂ ਬਾਬਾ ਜੀ, ਗੁਰੂ ਅੰਗਦ ਸਾਹਿਬ ਚੁੱਪ ਕਰ ਗਏ। ਤੇ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜੇ, ਭਾਈ ਬਾਲਾ ਜੀ, ਮਹਾਰਾਜ ਜੀ ਤੁਸੀਂ ਤੁਹਾਡੇ ਤੋਂ ਤਾਂ ਪੁੱਛ ਲਿਆ, ਤੁਸੀਂ ਵੀ ਆਏ ਹੋ, ਤੁਸੀਂ ਵੀ ਸੇਵਾ ਕਰਦੇ ਰਹੇ, ਤੁਸੀਂ ਕੀ ਜਾਣਿਆ, ਤੁਸੀਂ ਕੀ ਜਾਣ ਕੇ ਗੁਰੂ ਨਾਨਕ ਦੀ ਸੇਵਾ ਕੀਤੀ। ਸਾਧ ਸੰਗਤ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆ ਨੇਤਰ ਕੋਇਆਂ ਵਿੱਚ ਜਲ ਦੇ ਕਤਰੇ ਆ ਗਏ, ਵਿਰਾਗ 'ਚ ਹੋ ਗਿਆ ਮਨ, ਚੁੱਪ ਹੈ। ਸਾਧ ਸੰਗਤ ਜੀ ਰਸਨਾ ਦੇ ਉੱਤੇ ਸ਼ਬਦ ਨਹੀਂ ਆ ਰਹੇ। ਮਹਾਰਾਜ ਜੀ ਕਿਰਪਾ ਕਰੋ, ਆਪ ਜੀ ਸਾਨੂੰ ਸੰਗਤ ਨੂੰ ਵੀ ਬਖਸ਼ਿਸ਼ ਕਰੋ, ਆਪ ਜੀ ਸਮੱਧ ਤੁਸੀਂ ਕੀ ਜਾਣਿਆ। ਕਹਿੰਦੇ ਮੈਨੂੰ ਪੁੱਛਦੇ ਹੋ, ਕਹਿੰਦੇ ਭਾਈ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਸਾਧ ਸੰਗਤ ਜੀ ਉਹ ਖੁਦ ਨਿਰੰਕਾਰ ਆ, ਜਿਹੜਾ ਕਣ ਕਣ ਵਿੱਚ ਆ, ਜਰੇ ਜਰੇ ਵਿੱਚ ਆ, ਨਿਰਗੁਣ ਤੋਂ ਸਰਗੁਣ ਜਾਮਾ ਧਾਰ ਕੇ ਇਨਸਾਨੀ ਜਾਮੇ ਵਿੱਚ ਨਿਰੰਕਾਰ ਆਇਆ ਸੀਗਾ। ਨਿਰੰਕਾਰ ਜਾਣ ਕੇ, ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਜਾਣ ਕੇ ਉਹਨਾਂ ਦੀ ਸੇਵਾ ਗੁਰੂ ਨਾਨਕ ਨੇ ਆਪ ਕਰਾਈ ਹੈ ਇਸ ਸਰੀਰ ਤੋਂ। ਤੇ ਸਾਧ ਸੰਗਤ ਜੀ ਸਾਰੀ ਸੰਗਤ ਦੇ ਹੱਥ ਜੁੜ ਗਏ, ਆਖਿਆ ਕਹਿੰਦੇ ਤਦ ਤੋਂ ਤੁਹਾਨੂੰ ਵੀ ਆਪਣਾ ਉਹ ਸਰੂਪ ਬਣਾ ਗਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਸੇਵਾ ਆਪਣੇ ਅੰਗ ਨਾਲ ਲਾ ਕੇ ਅੰਗਦ ਬਣਾ ਦਿੱਤਾ ਨਾ, ਮਹਾਰਾਜ ਜੀ ਨੂੰ ਦੂਜੇ ਪਾਤਸ਼ਾਹ ਬਣਾ ਦਿੱਤਾ, ਨਮਸਕਾਰ ਕਰ ਦਿੱਤੀ, ਸਿਜਦਾ ਕਰ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਅੱਗੇ। ਤੇ ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗਿਆ, ਜੋ ਇਤਿਹਾਸ ਦੱਸਦਾ, ਤੇ ਮਾਤਾ ਸੁਲੱਖਣੀ ਜੀ ਆਖ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਮਹਾਰਾਜ ਜੀ ਸੁਣਿਆ ਸੰਸਾਰ ਕਹਿੰਦਾ ਤੁਸੀਂ ਤਾਂ ਸਾਰਾ ਕੁਝ ਹੀ ਲੈਣੇ ਨੂੰ ਦੇ ਦਿੱਤਾ, ਸਾਰਾ ਕੁਝ ਹੀ। ਕਹਿੰਦੇ ਆਪਣੇ ਸੁਪੁੱਤਰ, ਕਹਿੰਦੇ ਮਾਤਾ ਸੁਲੱਖਣੀ ਜੀ ਨੂੰ ਗੁਰੂ ਬਾਬਾ ਜੀ ਨੇ ਆਖਿਆ, ਕਹਿੰਦੇ ਆਪਣੇ ਸੁਪੁੱਤਰਾਂ ਦੀ ਗੱਲ ਕਰਦੇ ਹੋ। ਸਾਧ ਸੰਗਤ ਜੀ ਸ਼ਾਸਤਰਾਂ ਦੇ ਵਿੱਚ ਜੋ ਬਚਨ ਨੇ 6 ਤਰ੍ਹਾਂ ਦੇ ਅਵਤਾਰ ਹੁੰਦੇ ਨੇ, ਨਿਤ ਅਵਤਾਰ, ਨਿਮਿਤ ਅਵਤਾਰ, ਅੰਸਾ ਅਵਤਾਰ, ਅਵੰਸਾ ਅਵਤਾਰ, ਪੂਰਨ ਅਵਤਾਰ, ਪੂਰਨਤਵ ਅਵਤਾਰ। ਅਵੰਸਾ ਅਵਤਾਰ ਉਹਨਾਂ ਨੂੰ ਆਖਿਆ ਜਾਂਦਾ ਜਿਹੜੇ ਸਾਧ ਸਾਈ ਅਵਤਾਰਾਂ ਦੇ ਵੰਸ਼ ਦੇ ਵਿੱਚ। ਤੇ ਕਹਿੰਦੇ ਆਪਣੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ, ਕਹਿੰਦੇ ਇਹਨਾਂ ਦੀ ਗੱਲ ਕਰਦੇ ਹੋ, ਕਹਿੰਦੇ ਇਹਨਾਂ ਦੇ ਦਰ ਦੇ ਉੱਤੇ ਬੈਠਣ ਵਾਲੇ ਕੂਕਰਾਂ ਵਿੱਚ ਵੀ ਉਹ ਬਰਕਤਾਂ ਹੋਣਗੀਆਂ। ਸਾਧ ਸੰਗਤ ਜੀ ਮਿਸਾਲ ਆਪਣੀ ਆਪ ਹੋਊਗਾ ਇਹਨਾਂ ਦਾ ਦਰ। ਕਹਿੰਦੇ ਬਾਕੀ ਤੁਸੀਂ ਬਾਬਾ ਲਹਿਣਾ ਜੀ ਦੀ ਗੱਲ ਕਰਦੇ ਹੋ ਵੀ ਸਾਰਾ ਕੁਝ ਹੀ। ਕਹਿੰਦੇ ਕੀ ਕਰਾਂ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਇੱਕ ਲਹਿਣਾ ਹੀ ਸੀ ਜਿਹੜਾ ਮੈਨੂੰ ਮੰਗਦਾ ਸੀ। ਆਖੋ ਸਤਿਨਾਮ ਵਾਹਿਗੁਰੂ। ਸਾਧ ਸੰਗਤ ਜੀ ਉਹ ਤਾਂ ਹਰ ਵੇਲੇ ਹਰ ਵਕਤ ਬਸ ਇਹੋ ਮਨ ਵਿੱਚ ਬਾਬਾ ਲਹਿਣਾ ਜੀ
ਤੇ ਤਦ ਤੇ ਬਾਬਾ ਲਹਿਣਾ ਜੀ ਨੂੰ ਆਪਣਾ ਰੂਪ ਬਣਾ ਦਿੱਤਾ। ਉਹ ਇੱਕੋ ਹੀ ਜੋਤ 10 ਜਾਮੇ ਧਾਰਨ ਕੀਤੇ। 11ਵਾਂ ਜਿਹੜਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋਤ ਇੱਕੋ ਹੀ ਆ। ਜੋਤ ਨਾ ਕਦੇ ਘਟਦੀ ਆ ਨਾ ਕਦੇ ਖਤਮ ਹੁੰਦੀ ਆ। ਅੱਜ ਉਹ ਜੋਤ ਆ ਪ੍ਰਤੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਇਹ ਭਾਈ ਸੱਚ ਹੈ। ਇੱਕ ਜੋਤ ਨਰੰਜਣੀ ਆਈ, ਵੱਖੋ ਵੱਖ ਰੂਪ ਧਾਰ ਕੇ। ਇੱਕ ਜੋਤ ਨਰੰਜਣੀ ਆਈ ਹੈ, ਵੱਖੋ ਵੱਖ ਰੂਪ ਧਾਰ ਕੇ। ਇੱਕ ਜੋਤ ਨਿਰੰਜਣੀ ਆਈ, ਵੱਖੋ ਵੱਖ ਰੂਪ ਧਾਰ ਕੇ। ਇੱਕ ਜੋਤ ਨਿਰੰਜਣੀ ਆਈ ਹੈ, ਵੱਖੋ ਵੱਖ ਰੂਪ ਧਾਰ ਕੇ। ਇੱਕ ਜੋਤ ਨਿਰੰਜਣੀ ਆਈ ਹੈ, ਵੱਖੋ ਵੱਖ ਰੂਪ ਧਾਰ ਕੇ। ਇੱਕ ਜੋਤ ਨਿਰੰਜਣੀ ਆਈ, ਇੱਕ ਜੋਤ ਨਿਰੰਜਣੀ ਆਈ। ਇੱਕ ਜੋਤ ਨਿਰੰਜਣੀ ਆਈ, ਇੱਕ ਜੋਤ ਨਿਰੰਜਣੀ ਆਈ। ਇੱਕ ਜੋਤ ਨਿਰੰਜਣੀ ਆਈ, ਵੱਖੋ ਵੱਖ ਰੂਪ ਧਾਰ ਕੇ। ਇੱਕ ਜੋਤ ਨਿਰੰਜਣੀ ਆਈ ਹੈ, ਵੱਖੋ ਵੱਖ ਰੂਪ ਧਾਰ ਕੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਬਰਿਓ। ਉਹੀ ਜੋਤ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੱਖ ਗੁਰੂ ਨਾਨਕ ਬੈਠੇ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨਾਨਕਸਰ ਕਲੇਰਾਂ ਵਾਲੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਗੁਰੂ ਨਾਨਕ ਜਾਣ ਕੇ ਸੇਵਾ ਕੀਤੀ, ਸੰਸਾਰ ਨੂੰ ਸਮਤ ਬਖਸ਼ਿਸ਼ ਕੀਤੀ। ਭਾਈ ਹੋ ਸਕਦਾ ਕੋਈ ਕੁਛ ਆਂਦਾ ਹੋਵੇ, ਕਿਸੇ ਦੀ ਭਾਵਨਾ ਕੈਸੀ ਹੋਵੇ, ਪਰ ਸੱਚ ਜਾਣਿਓ ਵੀ ਪ੍ਰਤੱਖ ਗੁਰੂ ਨਾਨਕ ਨੇ ਉਹ ਮਰਿਆਦਾ ਸੰਸਾਰ ਦੇ ਵਿੱਚ ਬੰਨ੍ਹ ਦਿੱਤੀ। ਸਾਧ ਸੰਗਤ ਜੀ, ਇੱਥੋਂ ਤੱਕ ਮਹਾਰਾਜ ਜੀ ਦੇ ਜਦੋਂ ਸੁੱਖ ਆਸਣ ਅਲਵਾਰੀਆਂ ਦੇ ਵਿੱਚ ਹੋਇਆ ਕਰਦੇ, ਨਹੀਂ
ਸਤਿਗੁਰਾਂ ਦੇ ਲਈ ਸੁੰਦਰ ਸੋਹਣਾ ਘੱਟੋ ਘੱਟ 6 ਫੁੱਟ ਦਾ ਆਸਣ ਪਲੰਗਾ ਮਹਾਰਾਜ ਦੇ ਵਿਰਾਜਮਾਨ ਕਰਨ ਦੇ ਲਈ ਉਹ ਇਹ ਪ੍ਰਤੱਖ ਗੁਰੂ ਨਾਨਕ ਬੈਠੇ ਨੇ। ਤੇ ਨਾਨਕਸਰ ਦੇ ਸਾਧ ਸੰਗਤ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜਦੋਂ ਦਿੱਲੀ ਦੇ ਵਿੱਚ ਨਾ ਡਾਕਟਰ ਰਜਿੰਦਰ ਪ੍ਰਸਾਦ ਦਿੱਲੀ ਦੇ ਰਾਸ਼ਟਰਪਤੀ ਸੀ ਉਸ ਵਕਤ, ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਿੱਲੀ ਬਿਰਾਜੇ ਹੋਏ ਸੀ। ਬਾਬਾ ਜੀ ਦੀਵਾਨਾਂ ਦਾ ਜਿਹੜਾ ਸਮਾਂ ਚੱਲਦਾ ਸੀ 1953 ਤੋਂ 1963 ਤੱਕ 10 ਸਾਲ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨਾਨਕਸਰ ਵਾਲਿਆਂ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦਾ ਗੁਰਮਤਿ ਦਾ ਪ੍ਰਚਾਰ ਤੇ ਸੰਚਾਰ ਕਰਨਾ ਕੀਤਾ। 7.5 ਲੱਖ ਪ੍ਰਾਣੀਆਂ ਨੂੰ ਸਾਧ ਸੰਗਤ ਜੀ ਖੰਡੇ ਬਾਟੇ ਦੀ ਪੌਲ ਛਕਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਿਆ। ਜਦੋਂ ਉੱਥੇ ਦਿੱਲੀ ਡਾਕਟਰ ਰਜਿੰਦਰ ਪ੍ਰਸਾਦ ਰਾਸ਼ਟਰਪਤੀ ਭਵਨ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਦੇ ਚਰਨ ਪਵਾਏ, ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਪ੍ਰਵਾਹ ਚੱਲੇ, ਮਹਾਂਪੁਰਖਾਂ ਕੋ ਬੇਨਤੀ ਕੀਤੀ, ਨਾਨਕਸਰ ਵਾਲਿਆਂ ਕੋ, ਧੰਨ ਬਾਬਾ ਈਸ਼ਰ ਸਿੰਘ ਜੀ ਕਿਰਪਾ ਕਰੋ, ਆਪ ਮੁਬਾਰਕ, ਆਪ ਜੀ ਵੀ ਉੱਥੇ ਚਰਨ ਪਾਓ ਤੇ ਜਿਹੜੇ ਅੰਮ੍ਰਿਤ ਬਚਨ ਨੇ ਉਹ ਸੰਗਤਾਂ ਦੇ ਝੋਲੀ ਵਿੱਚ ਪਾਉਣੇ ਕਰੋ। ਪਹੁੰਚ ਗਏ ਤੇ ਬਾਬਾ ਜੀ ਜਦੋਂ ਬਚਨ ਸ਼ੁਰੂ ਕਰਿਆ ਕਰਦੇ ਨਾ ਬਾਬਾ ਈਸ਼ਰ ਸਿੰਘ ਜੀ, ਉਹ ਬਚਨ ਆਖਿਆ ਕਰਦੇ ਇੱਕ ਗੁਰੂਆਂ ਦੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹਨਾਂ ਨੇ ਵੈਸੇ ਹੀ ਇਹ ਬਚਨ ਆਖਿਆ, ਗੁਰੂਆਂ ਦੇ ਗੁਰੂ ਭਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤੇ ਜਿਹੜੇ ਡਾਕਟਰ ਰਜਿੰਦਰ ਪ੍ਰਸਾਦ ਸੀ ਉਸ ਵਕਤ ਦੇ ਰਾਸ਼ਟਰਪਤੀ, ਮਨ ਦੇ ਵਿੱਚ ਸ਼ੰਕਾ ਆ ਗਿਆ। ਕਹਿੰਦੇ ਮਹਾਰਾਜ ਸਮਾਪਤੀ ਹੋਈ, ਮਹਾਂਪੁਰਖਾਂ ਦੇ ਪਾਸ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਤੁਸੀਂ ਇਹ ਸ਼ਬਦ ਕਿਉਂ ਆਖਿਆ ਗੁਰੂਆਂ ਦੇ ਗੁਰੂ? ਕਹਿੰਦੇ ਸਾਰੇ ਆਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਠੀਕ ਆ, ਤੁਸੀਂ ਗੁਰੂਆਂ ਦੇ ਗੁਰੂ। ਤੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆਖਣ ਲੱਗੇ, ਕਹਿੰਦੇ ਡਾਕਟਰ ਸਾਹਿਬ ਸਾਰੇ ਮਜ਼ਹਬ, ਕਿਉਂਕਿ ਗੁਰੂ ਸੱਚੇ ਪਾਤਸ਼ਾਹ ਗੁਰੂ ਬਾਬਾ ਜੀ ਜਿਹੜੇ ਸੁਮਾਤੇ ਹੀ ਸਿਖਾਉਂਦੇ ਹੀ ਸੰਸਾਰ ਨੂੰ, ਭਾਈ ਸਭ ਦਾ ਹੀ ਜਿੱਥੇ ਭਲਾ ਮੰਗਣਾ ਉੱਥੇ ਸਭ ਮਜ਼ਹਬ ਆਪਣੀ ਥਾਂ ਤੇ ਨਮਸਕਾਰ ਹੈ, ਸਤਿਕਾਰਯੋਗ ਹੈ। ਸਤਿਯੁਗ ਤੈ ਮਾਣਿਓ ਛਲਿਓ ਬਲਵਾਬਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰਸੈਨ ਕੋ ਰਾਜ ਆਪੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਾਲਾ ਟਾਲਾ ਆਦਿ ਪੁਰਖ ਫਰਮਾਇਓ। ਕਹਿੰਦੇ ਤੁਸੀਂ ਗੁਰੂਆਂ ਦੇ ਗੁਰੂ। ਤੇ ਬਾਬਾ ਈਸ਼ਰ ਸਿੰਘ ਜੀ ਨੇ ਆਖਿਆ, ਕਹਿੰਦੇ ਭਾਈ ਮੈਂ ਕੋਈ ਮਾੜੀ ਗੱਲ ਤਾਂ ਆਖੀ ਨਹੀਂ ਹੈ, ਨੇ ਗੁਰੂਆਂ ਦੇ ਗੁਰੂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਹ ਤਾਂ ਹੈ ਹੀ ਵੱਡੇ ਨੇ, ਵੱਡੇ ਵੱਡੇ ਸਾਡੇ ਕਹਿਣ ਦੇ ਨਾਲ ਹੋਰ ਵੱਡੇ ਨਹੀਂ ਹੋਣਾ ਉਹਨਾਂ ਨੇ। ਇਹ ਨਹੀਂ ਵੇ ਦੂਸਰੇ ਮਜ਼ਹਬਾਂ ਦਾ, ਦੂਸਰੇ ਧਰਮਾਂ ਦਾ ਨਿਰਾਦਰ ਕਰਕੇ ਅਸੀਂ ਆਖੀਏ ਵੀ ਸਾਡੇ ਅੱਗੇ ਦੇ ਨਹੀਂ। ਭਾਈ ਆਪਣੀ ਥਾਂ ਤੇ ਜਿੱਥੇ ਕੋਈ ਜੁੜਿਆ ਹੈ ਉਹਨੂੰ ਮੁਬਾਰਕ ਹੈ, ਨਮਸਕਾਰ ਹੈ। ਤੇ ਬਾਬਾ ਈਸ਼ਰ ਸਿੰਘ ਜੀ ਆਖਣ ਲੱਗੇ ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ, ਕਹਿੰਦੇ ਭਾਈ ਪ੍ਰੈਕਟੀਕਲ ਜਵਾਬ ਦਈਏ, ਕਹਿੰਦੇ ਮਹਾਰਾਜ ਬਸ ਮੇਰੇ ਪੱਲੇ ਪੈ ਜਾਵੇ, ਸਮਤ ਬਖਸ਼ੋ, ਤੁਸੀਂ ਗੁਰੂਆਂ ਦੇ ਗੁਰੂ। ਕਹਿੰਦੇ ਚਲੋ ਇਉਂ ਕਰੋ, ਸੁਰਤੀ ਦੇ ਨਾਲ ਆਪਾਂ ਚੱਲਦੇ ਆਂ। ਸਾਧ ਸੰਗਤ ਜੀ ਨਮਸਕਾਰ। ਕਹਿੰਦੇ ਭਗਵਤ ਗੀਤਾ, ਕਹਿੰਦੇ ਉਹਦੇ ਪਾਲ ਚੱਲਦੇ ਆ। ਸਿੱਖ ਵੀ ਗਿਆ, ਹਿੰਦੂ ਵੀ ਗਿਆ, ਇਸਲਾਮ ਵਾਲਾ ਵੀਰ ਵੀ ਗਿਆ। ਕਹਿੰਦੇ ਜਿਹੜਾ ਸਿੱਖ ਹੈ ਉਹਦੇ ਮਨ ਵਿੱਚ ਆਉਂਦਾ ਵੀ ਜਦੋਂ ਗਿਆ ਵੀ ਮੇਰੇ ਕੰਨਾਂ ਵਿੱਚ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਪਵੇ। ਇਸਲਾਮ ਵਾਲਾ ਉਹਦੇ ਮਨ ਵਿੱਚ ਆਉਂਦਾ ਵੀ ਮੇਰੇ ਕੰਨਾਂ ਦੇ ਵਿੱਚ ਜਦੋਂ ਮੈਂ ਆਇਆ ਇਸ ਘਰ ਵਿੱਚ ਉੱਤੇ ਮੇਰੇ ਕੰਨਾਂ ਵਿੱਚ ਅੱਲਾਹ ਤਾਲਾ ਖੁਦਾਵੰਦ ਕਰੀਮ ਦੀ ਆਵਾਜ਼ ਕੰਨ ਵਿੱਚ ਪਵੇ। ਉੱਥੇ ਗਿਆ ਸਾਧ ਸੰਗਤ ਜੀ, ਇਕੱਲਾ ਹਿੰਦੂ ਖੁਸ਼ ਹੋ ਕੇ ਆਇਆ ਵੀਰ, ਮੁਬਾਰਕ ਹੈ, ਨਮਸਕਾਰ ਹੈ ਉਸ ਨੂੰ। ਤੇ ਨਿਰਾਸ਼ਾ ਸਿੱਖ ਸੱਜਣ ਨੂੰ, ਸਿੱਖ ਵੀਰ ਨੂੰ, ਇਸਲਾਮ ਵਾਲੇ ਨੂੰ ਹੋਣੀ। ਤੇ ਕਹਿੰਦੇ ਚਲੋ ਹੁਣ ਆਪਾਂ ਕੁਰਾਨ ਦੇ ਪਾਸ ਜਾਂਦੇ ਆ, ਧਾਰਮਿਕ ਗ੍ਰੰਥ ਹੈ ਇਸਲਾਮ ਦਾ। ਕਹਿੰਦੇ ਉੱਥੇ ਹਿੰਦੂ ਵੀਰ ਹੈ, ਉਹਦੇ ਮਨ ਵਿੱਚ ਹੈ ਮੇਰੇ ਕੰਨ ਵਿੱਚ, ਜਦੋਂ ਮੈਂ ਇਸ ਜਗ੍ਹਾ ਤੇ ਆਇਆ, ਇਸ ਇਬਾਦਤ ਵਾਲੀ ਥਾਂ ਦੇ ਉੱਤੇ ਆਇਆ, ਇਸ ਪਾਵਨ ਪਵਿੱਤਰ ਇਸਲਾਮ ਦੇ ਗ੍ਰੰਥ ਦੇ ਪਾਸ ਆਇਆ, ਤਾਂ ਮੇਰੇ ਕੰਨਾਂ ਵਿੱਚ ਰਾਮ ਰਾਮ ਦੀ ਆਵਾਜ਼ ਪਵੇ। ਤਾਂ ਉਹ ਪਈ ਨਹੀਂ, ਨਿਰਾਸ਼ਾ ਹੋਈ। ਸਿੱਖ ਨੂੰ ਐਵੇਂ ਕੰਨ ਵਿੱਚ ਵਾਹਿਗੁਰੂ ਦੀ, ਉਹਨੂੰ ਵੀ ਨਿਰਾਸ਼ਾ। ਕਹਿੰਦੇ ਹੁਣ ਚੱਲੋ
ਚੱਲਦੇ ਆ ਇਹ ਡਾਕਟਰ ਰਜਿੰਦਰ ਪ੍ਰਸਾਦ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਹਿੰਦੇ ਭਾਈ ਇੱਥੇ ਕੋਈ ਹਿੰਦੂ, ਇੱਥੇ ਕੋਈ ਇਸਲਾਮ ਵਾਲਾ, ਇੱਥੇ ਕੋਈ ਸਿੱਖ। ਹਿੰਦੂ ਗਿਆ ਉਹਦੇ ਮਨ ਵਿੱਚ ਹੈ, ਮੇਰੇ ਕੰਨ ਦੇ ਵਿੱਚ ਰਾਮ ਰਾਮ ਦੀ ਆਵਾਜ਼ ਪਵੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅਲਾਏ। ਤੇ ਇਸਲਾਮ ਵਾਲਾ ਅੱਲਾਹ ਤਾਲਾ ਦੇ ਸਾਧ ਸਾਈਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ ਮੰਦਾ ਕਿਸਨੋ ਆਖੀਐ ਜਾ ਤਿਸ ਬਿਨ ਕੋਈ ਨਾਹੀ। ਸਾਧ ਸਾਈਂ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਮੇਰੇ ਖੁਦਾਬੰਦ ਅੱਲਾਹ ਤਾਲਾ ਦੀ ਆਵਾਜ਼। ਇਸਲਾਮ ਵਾਲਾ ਵੀ ਖੁਸ਼ ਤੇ ਹਿੰਦੂ ਵੀਰ ਵੀ ਖੁਸ਼, ਸਿੱਖ ਦੇ ਮਨ ਵਿੱਚ ਹੈ ਮੇਰੇ ਵਾਹਿਗੁਰੂ ਦੀ ਆਵਾਜ਼, ਉਹ ਵੀ ਖੁਸ਼। ਕਹਿੰਦੇ ਦੱਸੋ ਭਾਈ, ਜਿਸ ਧਾਰਮਿਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਸਾਰੇ ਮਜ਼ਹਬ, ਸਾਰੀ ਕਾਇਨਾਤ ਨੂੰ ਖੁਸ਼ੀ ਮਿਲਦੀ ਹੋਵੇ, ਉਹ ਹੈਨ ਗੁਰੂਆਂ ਦੇ ਗੁਰੂ। ਆਖੋ ਸਤਨਾਮ। ਸਾਧ ਸੰਗਤ ਜੀ ਭਾਈ ਇਹ ਸੱਚ ਹੈ। ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ। ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਭਾਈ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ। ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ। ਸਗਲੀ ਚਿੰਤ ਮਿਟਾਈ, 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 ਸਗਲੀ ਚਿੰਤ ਮਿਟਾਈ। ਭਾਈ ਸਗਲੀ ਚਿੰਤ ਮਿਟਾਈ, 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 ਸਗਲੀ ਚਿੰਤ ਮਿਟਾਈ। ਹਾਂਜੀ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ, ਹਾਂਜੀ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ। ਮਿਟਾਈ ਤੁਰ ਕੀ ਬਾਣੀ ਨੇ, ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ। ਸਾਰਿਆਂ ਦਾ ਇਹ ਸਾਂਝਾ ਦਰ ਹੈ, ਸਾਂਝਾ ਘਰ ਹੈ। ਤੇ ਮੀਡੀਆ ਦਾ ਯੁੱਗ ਹੈ, ਨੈਟ ਦਾ ਯੁੱਗ ਹੈ। ਸਰਚ ਮਾਰੀਏ ਆਪਾਂ ਨੈਟ ਦੇ ਉੱਤੇ ਸਾਧ ਸੰਗਤ ਜੀ, ਅਮਰੀਕਾ ਦੇ ਨਾਸਾ ਦੇ ਸਾਇੰਟਿਸਟ ਬਾਸੂ ਭਾਰਦਵਾਜ, ਅਮਰੀਕਾ ਨੇ ਜਵਾਬ ਦੇ ਦਿੱਤਾ ਸਾਧ ਸੰਗਤ ਜੀ, ਹੱਡੀਆਂ ਦਾ ਕੈਂਸਰ ਹੋ ਗਿਆ ਸੀ। ਤੇ ਸੂਰਤ ਦੇ, ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ ਜਵਾਬ ਦੇ ਦਿੱਤਾ ਸੀ। ਡਾਕਟਰਾਂ ਨੇ ਰਿਟਨ ਦੇ ਵਿੱਚ ਹੀ ਮਿਆਦ ਲਿਖ ਦਿੱਤੀ ਸੀ ਵੀ ਇੰਨੇ ਕੁ ਟਾਈਮ ਦੀ ਮਿਆਦ ਆ ਜਿਹੜਾ ਸਰੀਰ ਰਹਿਣਾ। ਇੱਥੇ ਆ ਕੇ ਵੀ ਸਾਰੀਆਂ ਰਿਪੋਰਟਾਂ ਕੋਲ ਨੇ, ਯਤਨ ਕੀਤੇ ਵੀ ਨਹੀਂ। ਫਿਰ ਜਦੋਂ ਪਿਆਰ ਵਾਲੇ ਨੇ ਦੱਸ ਪਾਈ ਵੀ ਚੱਲਦੇ ਆ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰਾ ਕੁਝ ਹੀ ਆ, ਕਹਿੰਦਾ ਨਹੀਂ। ਜਦੋਂ ਸਾਇੰਸ ਨੇ ਜਵਾਬ ਦੇ ਦਿੱਤਾ, ਡਾਕਟਰੀ ਨੇ ਜਵਾਬ ਦੇ ਦਿੱਤਾ, ਤੇ ਤੀਰਥਾਂ ਤੇ ਜਾ ਕੇ ਕੀ ਹੋਊਗਾ।
ਜਿਹਨੂੰ ਇੰਗਲਿਸ਼ ਆਉਂਦੀ ਸੀ, ਹਿੰਦੀ ਸਮਝਦਾ ਸੀ, ਪੰਜਾਬੀ ਤੇ ਗੁਰਮੁਖੀ ਦਾ ਨੇੜੇ ਤੇੜੇ ਤੱਕ ਵੀ ਜਾਣੂ ਨਹੀਂ ਸੀ। ਸਮਾਂ ਬਣ ਗਿਆ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਉੱਥੇ ਜਦੋਂ ਲੈ ਕੇ ਗਏ ਨਾ, ਸਟੇਚਰ ਦੇ ਉੱਤੇ ਪਾ ਕੇ ਲੈ ਕੇ ਗਏ ਸੀ। ਤੇ ਜਦੋਂ ਗਏ, ਅਖੰਡ ਪਾਠ ਸਾਹਿਬ ਉਹਨਾਂ ਦੇ ਨਾਮ ਦਾ ਦੇਹ ਰੋਗਤਾ ਲਈ ਅਰਦਾਸ ਬੇਨਤੀ ਕੀਤੀ ਗਈ। ਜਿੱਥੇ ਦੋ ਨਿਸ਼ਾਨ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਖੱਬੇ ਪਾਸੇ, ਉੱਥੇ ਉਹ ਕਮਰੇ ਦੇ ਵਿੱਚ ਬੁਕਿੰਗ ਸੀ। ਤੇ ਮਹਾਰਾਜ ਵੀ ਐਸੀ ਕਲਾ ਵਰਤੀ ਨਾ ਸਾਧ ਸੰਗਤ ਜੀ, ਅਰਦਾਸ ਜਦੋਂ ਆਰੰਭਤਾ ਦੀ ਹੋਈ, ਲੇਟੇ ਹੋਏ ਨੇ, ਨਾਲ ਉਹਦੀ ਬੇਟੀ ਆ ਤੇ ਇੱਕ ਉੱਥੇ ਦਾ ਹੋਰ ਨਾਮਵਾਰ ਸ਼ਖਸੀਅਤ ਸੀ, ਸ਼ਾਇਦ ਅਨੋਖ ਸਿੰਘ ਕਰਕੇ ਨਾਮ ਸੀ, ਉਹ ਨਾਲ ਗਿਆ ਸੀ। ਇਹ ਜੀ ਕਲਾ ਵਰਤੀ ਸਾਧ ਸੰਗਤ ਜੀ। ਸਮਾਪਤੀ ਦੀ ਅਰਦਾਸ ਦੇ ਵਿੱਚ ਉਹ ਆਪ ਖੜਾ ਸੀ ਤੇ ਸਰੋਵਰ ਦੀ ਪਰਿਕਰਮਾ ਉਹਨੇ ਤੁਰ ਕੇ ਆਪ ਕੀਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿੰਨੇ ਚੈਨਲਾਂ ਤੇ ਅਖਬਾਰਾਂ 'ਚ ਮੀਡੀਏ ਦੇ ਉੱਤੇ ਕਹਿੰਦਾ ਵੀ ਡਾਕਟਰਾਂ ਨੇ ਇੱਥੇ ਤੱਕ ਕਹਿ ਦਿੱਤਾ ਸੀ ਵੀ ਜੇ ਤੂੰ ਉੱਠ ਕੇ ਵੀ ਬੈਠਿਆ ਨਾ, ਤੇਰੀਆਂ ਹੱਡੀਆਂ ਐ ਟੁੱਟ ਜਾਣਗੀਆਂ ਜਿਵੇਂ ਵੰਗਾਂ ਟੁੱਟਦੀਆਂ ਹੁੰਦੀਆਂ। ਤੇ ਇਹ ਵਾਸੂ ਭਾਰਦਵਾਜ ਲੈ ਕੇ ਆਪਾਂ YouTube ਜਿੱਥੇ ਇਹਨੂੰ ਸਰਚ ਕਰ ਸਕਦੇ ਆ। ਫਿਰ ਉਹਨੇ ਆਪ ਨਾਸਾ ਦਾ ਸਾਇੰਟਿਸਟ, ਨਾਸਾ ਦਾ ਵਿਗਿਆਨੀ, ਤੇ ਬਾਅਦ ਦੇ ਵਿੱਚ ਸਟੇਜਾਂ ਦੇ ਉੱਤੇ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਵਿੱਚ ਸੰਗਤਾਂ ਦੇ ਸਨਮੁਖ ਹੋ ਕੇ ਆਪਣੀ ਜਦੋਂ ਹਕੀਕਤ ਦੱਸਦਾ ਨਾ, ਮਨ ਭਰ ਆਉਂਦਾ। ਕਹਿੰਦੇ ਮੈਂ ਉਹ ਗੁਰਬਾਣੀ ਨੂੰ ਸਰਵਣ ਕੀਤਾ। ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ, ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ, ਗੁਰੂ ਰਾਮਦਾਸ ਜੀ ਦੇ ਘਰ ਦਰ ਦੇ ਉੱਤੇ ਜਾ ਕੇ ਬੇਨਤੀ ਕੀਤੀ। ਉਹ ਬਾਣੀ ਦੀ ਭਾਵੇਂ ਮੈਨੂੰ ਕੋਈ ਸਮਝ ਨਹੀਂ ਸੀ, ਤਿੰਨੇ ਦਿਨ ਆਪ ਬੈਠ ਕੇ ਬਾਣੀ ਸਰਵਣ ਕੀਤੀ। ਇੱਥੇ ਤੱਕ ਸਾਧ ਸੰਗਤ ਜੀ, ਜੇ ਪਾਣੀ ਦੀ ਵੀ ਉਹ ਆਪ ਦੱਸਦਾ ਹਕੀਕਤ ਵੀ ਮੈਨੂੰ ਪਿਆਸ ਲੱਗੀ, ਵੀ ਮੈਂ ਅੱਧਾ ਗਲਾਸ ਪੀਣਾ, ਮੈਂ ਬੁੱਲ ਗਿੱਲੇ ਕੀਤੇ ਵੀ ਮੈਨੂੰ ਕਿਤੇ ਕਿਰਿਆ ਕਰਨ ਦੇ ਲਈ ਜਾਣਾ ਨਾ ਪੈ ਜਾਵੇ, ਵੀ ਇਹ ਬਾਣੀ ਦਾ ਰਸ ਮੈਨੂੰ ਇੰਨਾ ਆ ਰਿਹਾ ਮੈਂ ਛੱਡ ਨਹੀਂ ਸਕਦਾ। ਆਖੋ ਸਤਿਨਾਮ। ਇੱਕ ਉਹ ਸ਼ਖਸ ਜਿਹਨੇ ਕਦੇ ਬਾਣੀ ਨੂੰ ਸਰਵਣੇ ਨਹੀਂ ਕੀਤਾ ਸੀ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਹੋਏ। ਤੇ ਗੁਰੂ ਕੇ ਕੀਰਤਨੀਏ ਨਾ ਸ਼ਬਦ ਪੜ੍ਹ ਰਿਹਾ ਸੀ ਸਾਧ ਸੰਗਤ ਜੀ, ਜਹ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗਾ। ਇਹ 27 ਦੇ ਉੱਤੇ ਪਿਆਰ ਵਾਲੇ ਦਾਸਾਂ ਤੋਂ ਪਹਿਲਾਂ ਸ਼ਬਦ ਪੜਿਆ। ਸਾਧ ਸੰਗਤ ਜੀ, ਸੱਚ ਹੈ ਮਹਾਰਾਜ ਦੇ ਬਚਨ ਨੇ, ਕਮਾਈ ਵਾਲਾ ਨਾਮੀ ਬਾਣੀ ਤਾਂ ਸਾਰੀ ਪੜ੍ਹਦੇ ਆ, ਗਾਉਨੇ ਆ, ਪਰ ਕਮਾਈ ਵਾਲੇ ਦੇ ਰਸਨਾ ਤੋਂ ਬਾਣੀ ਉਚਰੈ, ਸਾਧ ਜਨ ਅੰਮਿਓ ਚੱਲੈ ਚਰਣੈ ਚਰਣੇ। ਸਾਧ ਸੰਗਤ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ 70 ਸਾਲ ਬਿਨਾਂ ਨਾਗਾ ਬਾਬਾ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਹੋਏ ਨੇ। ਇੱਕ ਵੀ ਦਿਨ ਦਾ ਨਾਗਾ ਨਹੀਂ ਉਹਨਾਂ ਨੇ ਕੀਰਤਨ ਦੀ ਸੇਵਾ ਕੀਤੀ ਸਰੰਦੇ ਦੇ ਨਾਲ। ਸੰਗਤਾਂ ਦਰਸ਼ਨਾਂ ਨੂੰ ਤਰਸਦੀਆਂ ਹੁੰਦੀਆਂ ਸੀ। ਸੱਚੇ ਮਹਾਰਾਜ ਦੇ ਬਚਨ, ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗਾ। ਨਾਮੀ ਤੇ ਏਡੀ ਕਮਾਈ ਦੇ ਮਾਲਕ, ਨਿਮਰਤਾ ਇੰਨੀ, ਜਿਵੇਂ ਦਰਖਤ ਹੁੰਦਾ ਨਾ, ਉਹਨੂੰ ਜਿਉਂ-ਜਿਉਂ ਫਲਾਂ ਨਾਲ ਲੱਦੀ ਜਾਂਦਾ ਤਿਉਂ-ਤਿਉਂ ਝੁਕੀ ਜਾਂਦਾ। ਨਿਮਰਤਾ ਗੁਰੂ ਘਰ ਦੇ ਵਿੱਚ ਪ੍ਰਧਾਨਤਾ ਹੈ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਨਿਮਰਤਾ, ਗਰੀਬੀ ਉਹਨੂੰ ਨਹੀਂ ਕਹਿੰਦੇ, ਜੇਬ ਵਿੱਚ ਪੈਸੇ ਨਾ ਹੋਣ, ਦੁਨਿਆਵੀ ਪੈਸੇ ਨਾ ਹੋਣ, ਉਹਨੂੰ ਗਰੀਬੀ ਨਹੀਂ ਕਹਿੰਦੇ। ਗਰੀਬੀ ਕਹਿੰਦੇ ਆ ਮਨ ਦੀ ਹਲੀਮੀ ਨੂੰ। ਸਾਰਾ ਕੁਝ ਹੁੰਦੇ ਹੋਏ ਵੀ ਆਪਣੇ ਆਪ ਨੂੰ ਸੰਗਤਾਂ ਦੇ ਚਰਨਾਂ ਦੇ ਜੋੜਿਆਂ ਦੀ ਧੂੜ ਤੋਂ ਵੱਧ ਕੇ ਸਮਝਣਾ ਹੀ ਨਾ। 70 ਸਾਲ ਬਿਨਾਂ ਨਾਗਾ, ਇੱਕ ਵੀ ਦਿਨ ਸਾਧ ਸੰਗਤ ਜੀ ਨਾਗਾ ਨਹੀਂ, ਤੇ ਇੱਕ ਵੀ ਦਿਨ ਦੀ ਉੱਥੋਂ ਤਨਖਾਹ ਨਹੀਂ ਲਈ। ਕੀਰਤਨ ਕਰਕੇ ਘੰਟਿਆਂ ਵੱਧੀ ਡਿਊਟੀ ਨਿਭਾ ਕੇ 4-4 ਘੰਟੇ ਸ਼ਬੀਲ ਦੇ ਉੱਤੇ ਬੈਠ ਕੇ ਸੰਗਤਾਂ ਦੇ ਝੂਠੇ ਬਰਤਨ ਸਾਫ਼ ਕਰਨੇ, ਸਰੰਦਾ ਮੋਢੇ 'ਚ ਪਾ ਲੈਣਾ। ਉਦੋਂ ਤਾਂ ਸਰੋਵਰ ਦੀ ਪਰਿਕਰਮਾ ਪੱਕੀ ਨਹੀਂ ਸੀ ਹੁੰਦੀ, ਤੇ ਪਰਿਕਰਮਾ ਵਿੱਚ ਦਰਖਤ ਵੀ ਕਾਫੀ ਖੜੇ ਹੁੰਦੇ ਸੀ। ਸਾਧ ਸੰਗਤ ਜੀ, ਦਰਖਤਾਂ ਤੇ ਪੰਛੀ ਬੈਠਣੇ, ਤੇ ਉਹਨਾਂ ਪੰਛੀਆਂ ਨੇ ਕਿਰਿਆ ਕਰਨੀ, ਬਿਠਾਂ ਕਰਨੀਆਂ, ਤੇ ਸਰੰਦੇ ਨੂੰ ਉੱਚੀ ਥਾਂ ਤੇ ਰੱਖ ਦੇਣਾ। ਮਹਾਂਪੁਰਖਾਂ ਨੇ ਇਉਂ ਲੱਗ ਜਾਣਾ, ਉਹ ਸਫਾਈ ਕਰਨ ਦੇ ਲਈ ਸੇਵਾ। ਕਿਸੇ ਨੇ ਆਉਣਾ, ਬਾਬਾ ਸ਼ਾਮ ਸਿੰਘ ਜੀ 20ਵੀਂ ਸਦੀ ਦੇ ਮਹਾਨ
ਨਾਮ ਦੇ ਰਸੀਏ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ। ਅੰਗਰੇਜ਼ ਗਵਰਨਮੈਂਟ ਨੇ ਵੀ ਉਹਨਾਂ ਦੇ ਵਾਰੰਟ ਕੱਢ ਦਿੱਤੇ ਸੀ ਉਸ ਸਮੇਂ ਵੀ ਜੇ ਸਭ ਤੋਂ ਵੱਧ, ਇਹ ਸਿੱਖ ਹਿਸਟਰੀ ਦੇ ਵਿੱਚ ਲਿਖੀ ਹੋਈ ਗੱਲ ਹੈ, ਵੀ ਜੇ ਸਭ ਤੋਂ ਵੱਧ ਸਾਧ ਸੰਗਤ ਜੀ ਸਿੱਖ ਪੈਦਾ ਕਰ ਰਹੇ ਨੇ, ਸਭ ਤੋਂ ਵੱਧ ਸਿੰਘ ਸਜਾ ਰਹੇ ਨੇ, ਉਹ ਮਸਤੂਆਣੇ ਦੇ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਸੰਤ ਅਤਰ ਸਿੰਘ ਮਹਾਰਾਜ ਜੀ ਨੇ। ਕਹਿੰਦੇ ਇਉਂ ਕਰੋ, ਸਾਡੇ ਕਿਤੇ ਅੰਗਰੇਜ਼ਾਂ ਨੂੰ ਵੀ ਡਰ ਹੁੰਦਾ ਸੀ ਵੀ, ਕਿਉਂਕਿ ਸਿੱਖ ਕੌਮ ਹੀ ਐਸੀ ਹੈ, ਵੱਡੇ ਵੱਡੇ ਤਖਤੇ ਪਲਟ ਦਿੰਦੀ ਹੈ। ਅੰਗਰੇਜ਼ਾਂ ਨੂੰ ਡਰ ਸੀ ਵੀ ਮਸਾਂ ਰਾਜ ਹੋਇਆ ਵੀ ਕਿਤੇ ਇਹ ਸਾਡੇ ਖਿਲਾਫ ਸਾਧ ਸੰਗਤ ਜੀ ਫੌਜ ਨਾ ਖੜੀ ਹੋ ਜਾਵੇ। ਚਲੋ ਉਸ ਵਕਤ ਦੇ ਅੱਤ ਦੀ ਕਮਾਈ ਵਾਲੇ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ, ਸ਼ੋਭਾ ਸੁਣੀ ਉਹਨਾਂ ਨੇ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਅੰਮ੍ਰਿਤਸਰ ਵਾਲਿਆਂ ਦੀ ਵੀ ਬੜੀ ਕਮਾਈ ਦੇ ਮਾਲਕ ਨੇ, ਏਡੀ ਨਿਮਰਤਾ 'ਚ ਵਿਚਰਦੇ ਨੇ, ਸੰਗਤਾਂ ਦਰਸ਼ਨ ਕਰਨ ਨੂੰ ਬੇਵਲ ਰਹਿੰਦੀਆਂ ਨੇ। ਤੇ ਸ਼ੋਭਾ ਸੁਣ ਕੇ ਉਹਨਾਂ ਦੇ ਪਾਸ ਗਏ ਅੰਮ੍ਰਿਤਸਰ। ਕਹਿੰਦੇ ਜਦੋਂ ਗਏ ਨਾ, ਮਹਾਂਪੁਰਖ ਨਾਲੀ ਸਾਫ਼ ਕਰ ਰਿਹਾ ਸੀ, ਬਾਬਾ ਸ਼ਾਮ ਸਿੰਘ ਜੀ ਐ ਨਾਲੀ ਸਾਫ਼ ਕਰ ਰਿਹਾ ਸੀ। ਸੰਤ ਅਤਰ ਸਿੰਘ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ ਜਾ ਕੇ ਪਿੱਛੇ ਖੜ ਗਏ ਤੇ ਅੱਧੀ ਕਿ ਜਦੋਂ ਨਾਲੀ ਸਾਫ਼ ਕੀਤੀ, ਸੇਵਾਦਾਰ ਨਾਲ ਨੇ ਉਹਨਾਂ ਨੂੰ ਸਰੰਦਾ ਫੜਾਇਆ ਹੋਇਆ ਤੇ ਧਿਆਨ ਨਾ ਦਿੱਤਾ। ਜਦੋਂ ਧਿਆਨ ਗਿਆ, ਹੱਥ ਜੋੜੇ ਉੱਠ ਕੇ ਖਲੋ ਗਏ ਸਾਧ ਸੰਗਤ ਜੀ। ਪਤਾ ਉਹਨਾਂ ਨੇ ਕੀ ਆਖਿਆ ਮਹਾਂਪੁਰਖਾਂ ਨੂੰ, ਸੰਤ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਨੂੰ। ਕਹਿੰਦੇ ਵੱਡੇ ਭਾਗ ਅੱਜ ਮੇਰੇ, ਅੱਜ ਤਾਂ ਕਹਿੰਦੇ ਕੀੜੀ ਦੇ ਘਰ ਨਰਾਇਣ ਆ ਗਏ ਨੇ। ਅੱਤ ਦੀ ਕਮਾਈ ਵਾਲੇ ਮਾਲਕ ਸੀ ਸੰਤ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲੇ। ਕਹਿੰਦੇ ਕੀੜੀ ਦੇ ਘਰ ਨਰਾਇਣ ਆ ਗਏ ਨੇ। ਤੇ ਇਧਰ ਮਹਾਂਪੁਰਖਾਂ ਨੇ ਏਡੀ ਨਿਮਰਤਾ ਤੇ ਉਹਨਾਂ ਨੇ ਆਖਿਆ, ਕਹਿੰਦੇ ਨਹੀਂ ਮਹਾਂਪੁਰਖੋ, ਕੀੜੀ ਦੇ ਘਰ ਨਰਾਇਣ ਨਹੀਂ, ਕਹਿੰਦੇ ਨਰਾਇਣ ਦੇ ਘਰ ਕੀੜੀ ਚੱਲ ਕੇ ਆਈ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਰਾਇਣ ਦੇ ਘਰ ਸਾਧ ਸੰਗਤ ਜੀ, ਜਿਸ ਹਿਰਦੇ ਵਿੱਚ ਨਾਮ ਦਾ ਕਿਣਕਾ ਟਿਕਿਆ ਹੋਇਆ ਨਾ, ਮਹਾਰਾਜ ਜੀ ਵੀ ਕਿਰਪਾ ਕਰਦੇ ਨੇ। ਉਹਨੂੰ ਗੁਰਮੁਖ ਕਹਿ ਦਿਓ, ਉਹਨੂੰ ਗੁਰਸਿੱਖ ਕਹਿ ਦਿਓ, ਉਹਨੂੰ ਸਾਧੂ ਆਖ ਦਿਓ, ਨਾਮ ਦਾ ਰਸੀਆ ਕਹਿ ਦਿਓ। ਤੇ ਜੇ ਸਤਿਕਾਰ ਕਰ ਰਹੇ ਆ ਸਾਧ ਸੰਗਤ ਜੀ, ਉਹਨਾਂ ਦਾ ਸਰੀਰ ਵੀ ਨਾਮ ਜਪ ਜਪ ਕੇ ਸਾਧ ਸੰਗਤ ਜੀ ਸਤਿਕਾਰ ਕਰਨ ਯੋਗ, ਨਮਸਕਾਰ ਕਰਨ ਯੋਗ ਬਣ ਜਾਂਦਾ। ਜਿਹਦੇ ਹਿਰਦੇ ਦੇ ਵਿੱਚ ਸਰੀਰ ਤਾਂ ਵੈਸਾ ਸਾਡੇ ਵਰਗਾ ਹੀ ਹੁੰਦਾ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ, ਸਰੀਰ ਤਾਂ ਉਹਨਾਂ ਦਾ ਵੀ ਸਾਡੇ ਵਰਗਾ ਹੀ ਸੀ। ਤੇ ਕਹਿੰਦੇ ਨਹੀਂ ਨਹੀਂ ਮਹਾਂਪੁਰਖੋ, ਅਸਲ ਦੇ ਵਿੱਚ ਨਰਾਇਣ ਦੇ ਘਰ ਕੀੜੀ ਆ ਗਈ। ਤੇ ਕਹਿੰਦੇ ਜੀਓ ਆਇਆ ਨੂੰ ਤੁਸੀਂ ਆਏ ਚੱਲ ਕੇ। ਕਹਿੰਦੇ ਮਹਾਂਪੁਰਖੋ ਆ ਥੋੜੀ ਜੀ ਨਾਲੀ ਸਾਫ਼ ਕਰਨ ਤੋਂ ਰਹਿੰਦੀ ਆ, ਮੈਂ ਕਰਦੇ ਆ। ਸੇਵਾ ਕੀਤੀ, ਕਰ ਦਿੱਤੀ, ਬਹਿ ਗਏ ਵਿਚਾਰ। ਕਹਿੰਦੇ ਆਓ ਜੀ, ਜੀਓ ਆਇਆ ਨੂੰ ਤੁਸੀਂ ਚੱਲ ਕੇ ਆਏ। ਕਹਿੰਦੇ ਮੈਂ ਤਾਂ ਇੱਕ ਨਚੀਜ਼ ਜਿਹਾ ਵਾਂ। ਨਿਮਰਤਾ ਮੁਰਾਤਬੇ ਕਿੱਡੇ ਕਿੱਡੇ ਪਏ ਨੇ ਸਾਧ ਸੰਗਤ ਜੀ ਇਸ ਦਰ ਦੇ ਸੇਵਾ ਦੇ ਵਿੱਚੋਂ। ਤੇ ਪਰ ਲੈਂਦਾ ਉਹ ਆ ਜਿਹਦੇ ਪੱਲੇ ਮਹਾਰਾਜ ਜੀ ਨਿਮਰਤਾ ਦੀ ਦਾਤ ਦਿੰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਮਹਾਂਪੁਰਖੋ ਬਹੁਤ ਤੁਹਾਡੀ ਕਮਾਈ ਹੈ, ਬੜਾ ਨਾਮ ਹੈ, ਬੜਾ ਪ੍ਰਚਾਰ ਹੈ ਸਾਧ ਸੰਗਤ ਜੀ ਹਿੰਦੁਸਤਾਨ ਦੇ ਵਿੱਚ। ਮੈਂ ਤਾਂ ਕਿਤੇ ਬਾਹਰ ਜਾਂਦਾ ਹੀ ਨਹੀਂ। ਤੇ ਤੁਸੀਂ ਬਹੁਤ ਲੱਖਾਂ ਸੰਗਤਾਂ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜ ਰਹੇ ਹੋ। ਤੇ ਕਿਵੇਂ ਆਉਣਾ ਹੋਇਆ? ਕਹਿੰਦੇ ਅਦਬ ਸਤਿਕਾਰ ਕੀਤਾ। ਬਾਬਾ ਸ਼ਾਮ ਸਿੰਘ ਜੀ ਨੂੰ ਮਸਤੂਆਣਾ ਸਾਹਿਬ ਵਾਲਾ ਨੇ ਆਖਿਆ, ਕਹਿੰਦੇ ਜਦੋਂ ਜਿਹੜੀਆਂ ਬ੍ਰਹਮ ਬੇਤੀ ਵਿਚਾਰਾਂ ਸੀ ਆਪਸ ਵਿੱਚ ਕੀਤੀਆਂ, ਕਹਿੰਦੇ ਮਹਾਂਪੁਰਖੋ ਮੈਂ ਕੁਝ ਸਵਾਲ ਲੈ ਕੇ ਆਇਆ ਤੁਹਾਡੇ ਕੋਲ। ਸਾਰਾ ਕੁਝ ਹੁੰਦੇ ਹੋਏ ਵੀ ਬਾਬਾ ਸ਼ਾਮ ਸਿੰਘ ਜੀ ਆਖਣ ਲੱਗੇ, ਕਹਿੰਦੇ ਸਵਾਲ ਹੱਥ ਜੋੜ ਲਏ। ਕਹਿੰਦੇ ਨਾ ਨਾ ਮੈਨੂੰ ਸਵਾਲ ਨਾ ਕਰਿਓ। ਕਹਿੰਦੇ ਸਵਾਲ ਤਾਂ ਵਿਦਵਾਨਾਂ ਨੂੰ ਪੁੱਛੀਦੀ ਆ, ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ, ਮੈਂ ਤਾਂ ਅਨਪੜ੍ਹ ਬੰਦਾ ਵਾਂ। ਆਖੋ ਸਤਿਨਾਮ। ਕਹਿੰਦੇ ਮੈਨੂੰ ਨਹੀਂ ਕੁਝ ਆਉਂਦਾ, ਸਵਾਲ ਪੁੱਛੀਦੇ ਆ ਵਿਦਵਾਨਾਂ ਨੂੰ। ਕਹਿੰਦੇ ਹਾਂ ਤੁਸੀਂ ਆਏ ਹੋ, ਜੀਓ ਆਇਆਂ ਨੂੰ। ਆ ਮੇਰੀ ਤਾਂ ਡਿਊਟੀ ਲਾਈ ਆ, ਸਰੰਦਾ ਫੜ ਕੇ ਆ ਗੁਰੂ ਕੀ ਕੀਰਤੀ ਅੰਮ੍ਰਿਤ ਗੁਰਬਾਣੀ ਦਾ ਗਾਇਨ ਮਹਾਰਾਜ ਜੀ ਗੁਰੂ ਰਾਮਦਾਸ ਜੀ ਸਿਰ ਤੇ ਹੱਥ ਰੱਖ ਕੇ ਕਰਵਾ ਲੈਂਦੇ ਨੇ। ਕਹਿੰਦੇ ਜੇ ਤੁਸੀਂ ਕਹਿੰਦੇ ਹੋ ਆ ਸਰੰਦੇ ਦੇ ਨਾਲ ਮੈਂ ਸ਼ਬਦ ਸੁਣਾ ਦਿੰਦਾ।
ਤੇ ਮਾਸਤੂਆਂ ਵਾਲੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਤੁਸੀਂ ਜੋ ਕੁਛ ਮਰਜੀ ਖੁਸ਼ ਹੋ ਕੇ ਦਾਸ ਦੇ ਝੋਲੀ ਵਿੱਚ ਜੋ ਕੁਛ ਮਰਜੀ ਪਾਓ, ਬਸ ਅਸੀਂ ਬਖਸ਼ਿਸ਼ ਲੈਣ ਆਏ ਹਾਂ। ਤੇ ਮਹਾਂਪੁਰਖਾਂ ਨੇ ਸਰੰਦਾ ਫੜ ਲਿਆ, ਸੁਰ ਕਰ ਲਿਆ ਸਰੰਦਾ, ਅੰਮ੍ਰਿਤ ਗੁਰਬਾਣੀ ਦਾ ਸ਼ਬਦ ਸ਼ੁਰੂ ਕਰ ਲਿਆ। ਜਿਹੜੇ ਪ੍ਰਮਾਣ ਦਿੱਤੇ ਨਾ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਮਾਸਤੂਆਣਾ ਸਾਹਿਬ ਵਾਲਿਆਂ ਦਾ ਜਿਹੜਾ ਪਹਿਲਾ ਸਵਾਲ ਸੀ ਮਨ ਦੇ ਵਿੱਚ, ਗੁਰਬਾਣੀ ਦੇ ਪ੍ਰਮਾਣ ਪਹਿਲਾ ਉਹਨਾਂ ਦੇ ਪਹਿਲੇ ਸ਼ਬਦ ਦਾ ਉੱਤਰ ਦੇ ਦਿੱਤਾ। ਦੂਜਾ ਪ੍ਰਮਾਣ ਦਿੱਤਾ, ਜਿਹੜਾ ਦੂਜਾ ਪ੍ਰਮਾਣ ਉਹਨਾਂ ਦੇ ਦੂਜੇ ਸਵਾਲ ਦਾ ਉੱਤਰ। 4 ਸਵਾਲ ਲੈ ਕੇ ਆਏ ਸੀ, ਚਾਰੇ ਸਵਾਲਾਂ ਦੇ ਉੱਤਰ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਦੇ ਕੇ ਸਮਾਪਤੀ ਕੀਤੀ, ਸਰੰਦਾ ਰੱਖ ਲਿਆ। ਆਖਣ ਲੱਗੇ ਮਾਸਤੂਆਣੇ ਸਾਹਿਬ ਵਾਲੇ ਮਹਾਂਪੁਰਖਾਂ ਨੂੰ, ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਵਾਲੇ, ਕਹਿੰਦੇ ਮਹਾਂਪੁਰਖੋ ਦੇਖਿਆ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ, ਆ ਗੁਰਬਾਣੀ ਦੇ ਬਾਅਦ ਸ਼ਬਦ ਗਾ ਲਈਦੇ। ਆਖੋ ਸਤਨਾਮ। ਤਦ ਤੇ ਰਾਗੀ ਸਿੰਘ ਵੀ ਪੜ ਰਹੇ ਸੀ, ਤੈ ਮੇਰਾ ਮਨ ਲੱਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ, ਤੈ ਮੇਰਾ ਮਨ ਲੱਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ। ਤੈ ਮੇਰਾ ਮਨ ਲੱਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ, ਤੈ ਮੇਰਾ ਮਨ ਲੱਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ। ਸਾਧੂ ਗਾਵੇ, ਤਹਿ ਮੇਰਾ ਮਨ ਲਾਗੈ ਜੀ ਜਹ ਕੀਰਤਨ ਤੇਰਾ ਸਾਧੂ ਗਾਵੇ। ਜਹ ਕੀਰਤਨ ਤੇਰਾ ਸਾਧੂ ਗਾਵੇ, ਜਹ ਕੀਰਤਨ ਤੇਰਾ ਸਾਧੂ ਗਾਵੇ, ਤੇਰਾ ਸਾਧੂ ਗਾਵੇ, ਜਹ ਕੀਰਤਨ ਤੇਰਾ ਸਾਧੂ ਗਾਵੇ, ਜਹ ਕੀਰਤਨ ਤੇਰਾ ਸਾਧੂ ਗਾਵੇ, ਜਹ ਕੀਰਤਨ ਤੇਰਾ ਸਾਧੂ ਗਾਵੇ, ਜੈ ਕੀਰਤਨ ਤੇਰਾ ਸਾਧੂ ਗਾਵੇ, ਜੈ ਕੀਰਤਨ ਤੇਰਾ ਸਾਧੂ ਗਾਵੇ। ਜੈ ਕੀਰਤਨ ਤੇਰਾ ਸਾਧੂ ਗਾਵੇ, ਜੈ ਕੀਰਤਨ ਤੇਰਾ ਸਾਧੂ ਗਾਵੇ। ਜੈ ਮੇਰਾ ਮਨ ਲੱਗੈ ਜੀ ਜੈ ਕੀਰਤਨ ਤੇਰਾ, ਜੈ ਮੇਰਾ ਮਨ ਲੱਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ। ਜੈ ਕੀਰਤਨ ਤੇਰਾ ਸਾਧੂ ਗਾਵੇ, ਤਹਿ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ, ਤਹਿ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ, ਤਹਿ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ। ਐਸਾ ਸਾਧ ਸੰਗਤ ਜੀ ਕਿੱਡੀ ਕਮਾਈ ਦੇ ਮਾਲਕ। ਇੱਕ ਦਫਾ ਉਹ ਦਰਬਾਰ ਸਾਹਿਬ ਤੋਂ ਕੀਰਤਨ ਕਰਕੇ ਜਾ ਰਹੇ ਨੇ, ਸਰੰਦਾ ਫੜਿਆ ਹੋਇਆ। ਜਦੋਂ ਜਾਣਾ ਆਪਣੇ ਵਿਸ਼ਰਾਮ ਸਥਾਨ ਦੇ ਉੱਤੇ, ਰਸਤੇ ਵਿੱਚ ਨਾ ਇੱਕ ਹਲਵਾਈ ਦੀ ਦੁਕਾਨ ਸੀ। ਉਹ ਹਲਵਾਈ ਇਉਂ ਬੈਠਾ, ਅੱਖ ਲੱਗੀ, ਉਹਦੇ ਜਿਹੜੇ ਬੜੇ ਛੋਟੇ ਬਰਤਨ ਨੇ ਪਏ ਨੇ, ਉਸੇ ਤਰ੍ਹਾਂ ਮੱਖੀਆਂ ਬਹੁਤ ਭਿਣਕ ਰਹੀਆਂ ਨੇ। ਮਹਾਂਪੁਰਖ ਲੰਘੇ ਜਾ ਰਹੇ ਸੀ, ਬਾਬਾ ਸ਼ਾਮ ਸਿੰਘ ਜੀ ਦਰਬਾਰ ਸਾਹਿਬ ਹਾਜ਼ਰੀ ਭਰ ਕੇ। ਉਹਨਾਂ ਨੇ ਆਪਣਾ ਸਰੰਦਾ ਉੱਚੀ ਥਾਂ ਤੇ ਟੰਗ ਦਿੱਤਾ, ਤੇ ਜਿੰਨੇ ਬਰਤਨ ਪਏ ਸੀ ਨਾ, ਉਹ ਹਲਵਾਈ ਦੇ ਮਾਂਜਣ ਵਾਲੇ, ਸਾਫ਼ ਕਰਨ ਵਾਲੇ ਸਾਰਿਆਂ ਨੂੰ ਇੱਕ ਇੱਕ ਕਰਕੇ ਐਨ ਮਾਂਜ ਕੇ ਸਾਫ਼ ਕਰਕੇ ਮੂਧੇ ਮਾਰ ਦਿੱਤੇ। ਜਿੰਨੀਆਂ ਮੱਖੀਆਂ ਭਿਣਕ ਰਹੀਆਂ ਸੀ ਸਾਧ ਸੰਗਤ ਜੀ, ਉਹ ਸਭ, ਕਿਉਂਕਿ ਉੱਥੇ ਉਹਨਾਂ ਨੂੰ ਆਪਣਾ ਖਾਜਾ ਮਿਲ ਰਿਹਾ ਸੀ, ਉਹ ਬਰਤਨ ਗੰਦੇ ਸੀ, ਬੈਠੀਆਂ ਸੀ, ਤੇ ਸਾਫ਼ ਕਰਕੇ ਹਲਵਾਈ ਨੂੰ ਨਹੀਂ ਠਾਲਿਆ, ਉਵੇਂ ਹੀ ਉਹ ਪਿਆ ਵਿਚਾਰਾ। ਸਰੰਦਾ ਚੱਕਿਆ, ਮੋਢੇ 'ਚ ਪਾ ਲਿਆ, ਤੁਰ ਪਏ ਨੇ ਆਪਣੇ ਵਿਸ਼ਰਾਮ ਸਥਾਨ ਨੂੰ। ਅਚਾਨਕ ਉੱਠੇ ਜਦੋਂ ਹਲਵਾਈ ਨੇ, ਦੇਖਿਆ ਵੀ ਬੜੀ ਸਫਾਈ ਆ, ਇਹ ਕੌਣ ਕਰ ਗਿਆ? ਪੁੱਛਿਆ ਰਾਹਗੀਰੀ ਜਿਹੜੇ ਉੱਥੋਂ ਦੀ ਲੰਘੇ ਵੀ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਸੁੱਤਾ ਪਿਆ ਸੀ, ਇਹ ਕੌਣ ਕਰ ਗਿਆ?
ਤੇ ਉਹਨਾਂ ਨੇ ਦੱਸਿਆ, ਉਹ ਕਹਿੰਦੇ ਮਹਾਂਪੁਰਖ ਜਿਨ੍ਹਾਂ ਦੇ ਦਰਸ਼ਨਾਂ ਨੂੰ ਸੰਗਤ ਬੇਬਲ ਹੋ ਕੇ ਉਹ ਸਮੇਂ ਨੂੰ ਉਡੀਕਦੀ ਰਹਿੰਦੀ ਹੈ, ਕਹਿੰਦੇ ਉਹ ਕਰ ਗਏ ਭਾਈ। ਕਿੱਡੀ ਨਿਮਰਤਾ, ਮਾਣ ਹੁੰਦੇ ਹੋਏ ਨਿਮਾਣਾ, ਸਾਰਾ ਕੁਝ ਹੁੰਦੇ ਹੋ ਆਪਣੇ ਆਪ ਨੂੰ ਸਮਝਣਾ ਹੀ ਨਹੀਂ, ਜਾਣਨਾ ਹੀ ਨਹੀਂ ਕੁਛ, ਤਾਣ ਹੁੰਦੇ ਹੋਏ ਨਿਤਾਣਾ। ਤੇ ਕਹਿੰਦੇ ਉਹ ਪੁੱਬਾਂ ਮਾਰੀਆਂ, ਭੱਜਿਆ ਜਾ ਰਿਹਾ, ਹਲਵਾਈ ਚਲਿਆ ਗਿਆ ਮਹਾਂਪੁਰਖਾਂ ਕੋ, ਪਿੱਛੇ ਜਾ ਕੇ ਬੇਨਤੀ ਕੀਤੀ, ਮਹਾਂਪੁਰਖੋ ਮੇਰੇ ਤੇ ਤੁਸੀਂ ਭਾਰ ਚਾੜਿਆ, ਇਹ ਪਾਪ ਮੇਤੋਂ ਵਗਿਆ ਹੋਗੀ, ਤੁਸੀਂ ਮੇਰੇ ਬਰਤਨ ਦੁਕਾਨ ਦੇ ਸਾਰੇ ਸਾਫ਼ ਕਰਕੇ ਮੈਂ ਕਿੱਥੇ ਭਰੂੰਗਾ। ਪਤਾ ਉਹਨਾਂ ਨੇ ਕੀ ਆਖਿਆ? ਉਹ ਕਹਿੰਦੇ ਨਹੀਂ ਪਿਆਰ ਵਾਲਿਆ, ਦੇਖੋ ਦਸਾਂ ਨੋਹਾਂ ਦੀ ਤੁਸੀਂ ਕਿਰਤ ਕਰਦੇ ਹੋ, ਕਿਰਤ ਕਰਦੇ ਨੂੰ ਨੀਂਦ ਆਉਣਾ ਸੁਭਾਵਿਕ ਆ। ਤੁਸੀਂ ਥੱਕੇ ਹਾਰੇ ਹੋਏ ਸੀ, ਅਚਾਨਕ ਅੱਖ ਲੱਗ ਗਈ ਤੇ ਬਰਤਨ ਤੁਹਾਡੇ ਸਾਫ਼ ਕਰਨ ਵਾਲੇ ਪਏ ਸੀ। ਕਹਿੰਦੇ ਮੈਂ ਤਾਂ ਵਿਹਲਾ ਤੁਰਿਆ ਜਾਂਦਾ ਸੀ, ਮੈਂ ਕਿਹੜਾ ਕੋਈ ਕੰਮ ਕਰਦਾ ਸੀ, ਮੈਂ ਤਾਂ ਵਿਹਲਾ ਜਾ ਰਿਹਾ ਸੀ, ਸੋਚਿਆ ਵੀ ਮੈਂ ਚੱਲ ਇਹਦੇ ਬਰਤਨ ਸਾਫ਼ ਕਰ ਜਾਣਾ। ਆਖੋ ਸਤਨਾਮ। ਕਿੱਡੀ ਨਿਮਰਤਾ, ਕਿੱਡੀ ਹਲੀਮੀ ਤੇ ਕਿੱਡੇ ਮੁਰਾਤਬੇ ਸਾਧ ਸੰਗਤ ਜੀ। ਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੇ ਮਹਾਨ ਕੀਰਤਨੀਏ ਬਾਬਾ ਕੇਰ ਸਿੰਘ ਜੀ ਉਸਤਾਦ ਜੀ, ਜਿਨ੍ਹਾਂ ਨੂੰ ਜੋਤਸ਼ੀਆਂ ਨੇ, ਕਈ ਮਹਾਤਮਾਵਾਂ ਨੇ ਦੱਸ ਦਿੱਤਾ ਸੀ ਵੀ ਭਾਈ ਤੁਹਾਡੀ ਉਮਰ ਹੁਣ ਗਿਣਤੀ ਦੇ 6 ਮਹੀਨੇ ਰਹਿ ਗਈ ਆ, ਜਿੱਥੇ ਮਰਜ਼ੀ ਚਲੇ ਜਾਓ। 6 ਮਹੀਨੇ ਬਾਬਾ ਆਨੰਦ ਸਿੰਘ ਜੀ ਦੇ ਪਾਸ ਜਦੋਂ ਆ ਗਏ ਨਾ, ਮੈਂ ਸੰਖੇਪ ਵਿੱਚ ਹੀ ਬੇਨਤੀ ਕਰਦੇ ਹਾਂ। ਕਹਿੰਦੇ ਬੜਾ ਮਨ ਉਦਾਸ ਹੋਇਆ ਹੋਇਆ ਤੇ ਪੁੱਛਿਆ, ਉਮਰ ਚੜ੍ਹਦੀ ਜਵਾਨੀ ਸੀ, ਕਹਿੰਦੇ ਮਹਾਰਾਜ ਮੈਨੂੰ ਬਸ ਜਵਾਬ ਦਿੱਤਾ, ਹੁਣ ਜਿਹਨੂੰ ਪਤਾ ਲੱਗ ਜਾਵੇ ਵੀ ਇੰਨੇ ਕੇ ਦਿਨ ਰਹਿੰਦੇ ਆ ਫਿਰ ਉਹ ਬੀਤੂਗੀ ਕੀ, ਕੁਛ ਚੰਗਾ ਨਹੀਂ ਲੱਗਣਾ, ਨਾ ਦੁਨੀਆਦਾਰੀ, ਨਾ ਘਰ, ਨਾ ਬਾਹਰ। ਤੇ ਬਾਬਾ ਆਨੰਦ ਸਿੰਘ ਜੀ ਉਹ ਤਬਲੇ ਦੇ ਬਹੁਤ ਮਾਹਰ ਸੀਗੇ, ਬਾਬਾ ਕੇਰ ਸਿੰਘ ਜੀ ਉਦੋਂ ਵੀ ਉਹ ਤਬਲਾ ਜਾਣਦੇ ਸੀ ਬਹੁਤ। ਤੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਆਖਿਆ, ਕਹਿੰਦੇ ਕੇਰ ਸਿਆ ਗੁਰੂ ਨਾਨਕ ਦਾ ਘਰ ਐਸਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰ ਐਸਾ ਵਾ, ਇਸ ਦਰ ਦੇ ਉੱਤੇ ਜਿਸ ਜਿਸ ਭਾਵਨਾ ਦੇ ਨਾਲ ਕੋਈ ਸੇਵਾ ਕਰਦਾ, ਸਾਰਾ ਕੁਝ ਬਸ਼ਰਤ ਹੈ ਸ਼ਰਧਾ ਦੀ ਝੋਲੀ ਉਸੀ ਹੋਵੇ, ਏਡੀ ਵੱਡੀ ਹੋਵੇ ਜਿੱਡੀ ਅਸੀਂ ਦਾਤ ਲੈਣੀ ਹੈ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਕਹਿੰਦੇ ਗੁਰੂ ਨਾਨਕ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਗੁਰੂ ਨਾਨਕ ਜਾਣ ਕੇ, ਇਹ ਨਹੀਂ ਮੈਨੂੰ ਕੋਈ ਸੁਣਦਾ ਮੈਂ ਕਿਸੇ ਨੂੰ ਸੁਣਾਉਣ ਵਾਸਤੇ, ਸਾਧ ਸਾਂਝੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਗੁਰੂ ਨਾਨਕ ਜਾਣ ਕੇ, ਕੋਈ ਸੁਣੇ ਕੋਈ ਨਾ ਸੁਣੇ, ਪ੍ਰਤੱਖ ਗੁਰੂ ਨਾਨਕ ਜਾਣ ਕੇ ਸਵੇਰੇ ਸ਼ਾਮ ਕੀਰਤਨ ਸੁਣਾਇਆ ਕਰੀ। ਕਹਿੰਦੇ 6 ਮਹੀਨੇ ਉਮਰ ਕਹਿੰਦੇ ਹੋ, ਜਿਸ ਦਿਨ ਸੰਸਾਰ ਤੋਂ ਤੂੰ ਜਾਣਾ ਚਾਹੇਗਾ ਉਸ ਦਿਨ ਜਾਵੇਂਗਾ। ਆਖੋ ਸਤਨਾਮ। 52 ਸਾਲ ਜਿਨ੍ਹਾਂ ਨੂੰ 6 ਮਹੀਨੇ ਕਹਿ ਦਿੱਤੀ ਸੀ, 52 ਸਾਲ ਇੱਕ ਦਿਨ ਦਾ ਵੀ ਨਾਗਾ ਨਹੀਂ, ਨਿਰਇਛਤ ਨਿਸ਼ਕਾਮ, ਨਿਰਇਛਤ ਨਿਸ਼ਕਾਮ 52 ਸਾਲ ਇੱਕ ਦਿਨ ਦਾ ਵੀ ਨਾਗਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਬੈਠ ਕੇ ਸਾਧ ਸੰਗਤ ਜੀ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਜਾਣ ਕੇ ਕੀਰਤਨ ਸੁਣਾਇਆ। ਤੇ ਅੱਜ ਅੰਮ੍ਰਿਤ ਵੇਲਾ ਸੁਖਮਨੀ ਸਾਹਿਬ ਦੀ ਸਮਾਪਤੀ ਹੋ ਰਹੀ ਹੈ। ਐ ਵਾਇਲਨ ਦੇ ਉੱਤੇ ਕੀਰਤਨ ਨਾਲ ਕਰਿਆ ਕਰਦੇ ਸੀ, ਵਾਇਲਨ ਸੁਰ ਕਰਾ ਕੇ ਐ ਹਾਰਮੋਨੀਅਮ ਤੇ ਰੱਖ ਲਈ, ਤੇ ਇਧਰ ਸੁਖਮਨੀ ਸਾਹਿਬ ਦੀ ਸਮਾਪਤੀ ਹੋ ਰਹੀ ਹੈ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਹਰ ਰੋਜ਼ ਸਵੇਰੇ ਸ਼ੁਰੂ ਕਰਦੇ, ਤੇ ਅੱਜ ਇਉਂ ਬੈਠੇ ਨੇ ਕੰਬਲੀ ਉੱਤੇ ਓੜੀ ਹੋਈ ਹੈ। ਸਾਧ ਸੰਗਤ ਜੀ ਕੀ ਆਖਿਆ? ਕਹਿੰਦੇ ਕੇਰ ਸਿਆ ਅੱਗੇ ਤਾਂ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਨਾਨਕ ਨੂੰ ਇੱਥੇ ਇਸ ਲੋਕ ਦੇ ਵਿੱਚ ਸੁਣਾਉਂਦਾ ਸਾਂ, ਕਹਿੰਦੇ ਚੱਲ ਅੱਜ ਦਰਗਾਹ ਵਿੱਚ ਹੀ ਸੁਣਾਵਾਂਗੇ। ਆਖੋ ਸਤਨਾਮ। ਇੰਨਾ ਬਚਨ ਕਹਿ ਕੇ ਬਾਜੇ ਤੇ ਸਿਰ ਰੱਖ ਲਿਆ ਸੀ, ਸਰੀਰ ਛੱਡ ਦਿੱਤਾ। ਜਿਨ੍ਹਾਂ ਨੂੰ ਆਖਿਆ ਸੀ ਵੀ 25 ਸਾਲ ਲਗਭਗ 6 ਮਹੀਨੇ ਉਮਰ, ਇਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੈਠੇ ਆ ਨਾ, ਸਭ ਕੁਛ ਹੀ ਆ ਇਸ ਘਰ ਇਸ ਦਰ ਤੇ, ਪਰ ਸਾਡੀ ਸ਼ਰਧਾ ਦੀ ਝੋਲੀ ਕੈਸੀ ਹੈ? ਬਖਸ਼ਿਸ਼ਾਂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ।
ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਾਧ ਸਾਜੀ ਸਾਰਾ ਸੰਸਾਰ ਦੁਖੀ ਆ, ਜੋ ਜੋ ਦੀਸੈ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਤੇ ਮਹਾਰਾਜ ਕਹਿੰਦੇ ਹੰਸਰਦਾਨ ਦੇ ਅੰਦਰ ਰਵਾਇਆ, ਪਰਸਰਾਂ ਰੋਵੈ ਘਰ ਆਇਆ, ਅਜੈ ਸਰੋਵੈ ਭੀਖਿਆ ਗਾਏ, ਐਸੀ ਦਰਗਹਿ ਮਿਲੈ ਸਜਾਏ। ਇਹ ਸਾਰੇ ਸ਼ਬਦ ਵਿੱਚ ਵੱਡਿਆਂ ਵੱਡਿਆਂ ਦੀਆਂ ਮਿਸਾਲਾਂ ਉਦਾਹਰਨਾਂ ਦਿੰਦੇ ਨੇ। ਮਹਾਰਾਜ ਜੀ ਨੇ ਅਖੀਰ ਨੂੰ ਕਹਿ ਦਿੱਤਾ ਨਾਨਕ ਦੁਖੀਆ ਸਭ ਸੰਸਾਰ। ਤੇ ਸੁਖੀ ਹੋਣ ਦੇ ਮਹਾਰਾਜ ਜੀ ਨੇ ਬਹੁਤ ਭਾਈ ਸ਼ਰਨ ਲੈ ਲਾ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਸਦਾ ਸੁਖੀ ਹੋਣਾ ਮਹਾਰਾਜ ਜੀ ਬਾਬਾ ਜੀ ਗੁਰੂ ਬਾਬਾ ਜੀ ਕਿਰਪਾ ਕਰਦੇ ਨੇ। ਪਰ ਕਾ ਬੁਰਾ ਨਾ ਰਾਖੋ ਚੀਤ। ਕਹਿੰਦੇ ਦੂਜਿਆਂ ਦਾ ਬੁਰਾ ਮਨ ਵਿੱਚ ਚਿਤਵਣਾ ਛੱਡ ਦੇ। ਫਲਾਨਾ ਮਾੜਾ, ਧਿਮਕਾ ਮਾੜਾ, ਆਹ ਨਹੀਂ ਚੰਗਾ, ਉਹ ਨਹੀਂ ਚੰਗਾ, ਤੂੰ ਆਪ ਦੇਖ ਲੈ ਤੂੰ ਕਿੰਨਾ ਕੁ ਚੰਗਾ। ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ। ਅਗਲੀ ਬਾਣੀ ਦੀ ਪੰਕਤੀ ਵਿੱਚ ਫੈਸਲਾ ਦਿੰਦੇ ਨੇ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਤੈਨੂੰ ਦੁੱਖ ਲੱਗਣਾ ਹੀ ਨਹੀਂ। ਆਖੋ ਸਤਨਾਮ। ਆਓ ਮਨਾ ਪੜ ਕੇ ਦੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ। ਪੜ ਕੇ ਦੇਖ ਲੈ ਗੁਰਾਂ ਦੀ ਬਾਣੀ, ਪਾਪਾਂ ਵਾਲਾ ਨਾਸ਼ ਹੋ ਜੂਗਾ। ਸੁਣ ਕੇ ਦੇਖ ਲੈ ਗੁਰਾਂ ਦੀ ਮਿੱਠੀ ਬਾਣੀ ਨੂੰ, ਦੁੱਖਾਂ ਵਾਲਾ ਨਾਸ਼ ਹੋ ਜੂਗਾ। ਪੜ ਕੇ ਦੇਖ ਲੈ ਗੁਰਾਂ ਦੀ ਬਾਣੀ, ਪਾਪਾਂ ਵਾਲਾ ਨਾਸ਼ ਹੋ ਜੂਗਾ। ਉਹ ਦੁੱਖਾਂ ਵਾਲਾ ਨਾਸ਼ ਹੋ ਜੂਗਾ, ਪਾਪਾਂ ਵਾਲਾ ਨਾਸ਼ ਹੋ ਜੂਗਾ। ਪੜ ਕੇ ਦੇਖ ਲੈ ਗੁਰਾਂ ਦੀ ਬਾਣੀ, ਪਾਪਾਂ ਵਾਲਾ ਨਾਸ਼ ਹੋ ਜੂਗਾ। ਸੁਣ ਕੇ ਦੇਖ ਲੈ ਗੁਰਾਂ ਦੀ ਗੁਰਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ। ਭਾਈ ਅੰਤਰ ਗੁਰ ਆਰਾਧਨਾ ਜੇ ਬਾ ਜਪ ਗੁਰ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਪਾਕਿਸਤਾਨ ਦੇ ਰਾਸ਼ਟਰਪਤੀ ਹੋਏ ਨੇ ਜਨਰਲ ਅਯੂਬ ਖਾਨ। ਆਪਣੀ ਉਹ ਸਵੈ ਜੀਵਨੀ ਸਾਧਸੇ ਅੰਮ੍ਰਿਤ ਗੁਰਬਾਣੀ ਦੇ ਪ੍ਰਤਾਪ ਦੀ ਗੱਲ ਕਰ ਰਹੇ ਆ। ਇਹ ਜਿਸ ਭਾਵਨਾ ਦੇ ਨਾਲ ਉਹ ਆਪਣੀ ਸਵੈ ਜੀਵਨੀ ਦੇ ਵਿੱਚ ਜਿਹੜੀ
ਉਹ ਲਿਖਦੇ ਨੇ ਜਨਰਲ ਅਜੂਬ ਖਾਂ, ਕਹਿੰਦਾ ਮੈਂ ਪਾਕਿਸਤਾਨ ਦੇ ਐਬਟਾਬਾਦ ਖਾਲਸਾ ਸਕੂਲ ਦੇ ਵਿੱਚ ਪੜ੍ਹਦਾ ਸੀ ਤੇ ਆਪਣੇ ਉਸ ਸਕੂਲ ਦਾ ਕਹਿੰਦਾ ਸਭ ਤੋਂ ਨਲਾਇਕ ਸਟੂਡੈਂਟ ਸੀ। ਇਹ ਲਿਖਿਆ ਉਹਨੇ। ਕਹਿੰਦੇ ਮੇਰੇ ਕੋਈ ਦਿਨ ਐਸਾ ਨਹੀਂ ਸੀ ਜਿੱਦਣ ਮਾਰ ਨਾ ਪਈ ਹੋਵੇ, ਜਿੱਦਣ ਕੁੱਟ ਨਾ ਪਈ ਹੋਵੇ। ਹਰ ਰੋਜ਼ ਟੀਚਰ ਨੇ, ਉਸਤਾਦ ਨੇ ਘੂਰਨਾ, ਕੁੱਟ ਵੀ ਪੈਣੀ। ਕਹਿੰਦੇ ਇੱਕ ਦਿਨ ਕੀ ਹੋਇਆ, ਮੈਂ ਬੈਗ ਚੱਕਿਆ, ਸਕੂਲੋਂ ਭੱਜਿਆ ਆ। ਉਹ ਲਿਖਦਾ 70ਵੇਂ ਦਹਾਕਿਆਂ ਦੇ ਵਿੱਚ ਉਹ ਜਿਹੜੇ ਰਾਸ਼ਟਰਪਤੀ ਸੀ ਅਜੂਬ ਖਾਂ, ਕਹਿੰਦੇ ਜਦੋਂ ਮੈਂ ਆ ਗਿਆ, ਨਾਲੇ ਸਾਡੇ ਗੁਰਦੁਆਰਾ ਸਾਹਿਬ ਪੈਂਦਾ ਸੀ, ਮੈਂ ਕਹਿੰਦੇ ਗੁਰਦੁਆਰੇ ਆ ਕੇ ਲੁਕਿਆ, ਉੱਥੇ ਆ ਕੇ ਲੁਕਿਆ। ਲੋਕੇ ਕਿਉਂਕਿ ਜੇ ਘਰੇ ਜਾਂਦਾ ਘਰੋਂ ਘੂਰ ਪੈਣੀ ਸੀ। ਆ ਕੇ ਮੈਨੂੰ ਗੁਰੂ ਕੇ ਵਜ਼ੀਰ ਗ੍ਰੰਥੀ ਬਾਬਾ ਜੀ ਨੇ ਦੇਖ ਲਿਆ। ਉਹ ਆਖਣ ਲੱਗੇ, ਜੂਬਿਆ, ਛੋਟਾ ਨਾਮ ਸੀ ਬੱਚੇ ਦਾ, ਕਹਿੰਦੇ ਜੂਬਿਆ ਤੇਰੇ ਤਾਂ ਇਹ ਪੜਨ ਵਾਲਾ ਸਮਾਂ ਵਾ, ਸਕੂਲ ਦਾ ਟਾਈਮ ਆ, ਤੂੰ ਇੱਥੇ ਲੁਕਿਆ ਹੋਇਆ। ਤੇ ਕਹਿੰਦਾ ਮੈਂ ਆਖਿਆ ਗ੍ਰੰਥੀ ਨੂੰ, ਬਾਬਾ ਜੀ ਨੂੰ, ਬਾਬਾ ਜੀ ਮੇਰੇ ਕੁੱਟ ਰੋਜ਼ ਪੈਂਦੀ ਆ, ਮੈਨੂੰ ਕੋਈ ਸਮਝ ਨਹੀਂ ਲੱਗਦੀ, ਪੜ੍ਹਾਈ ਮੇਰੇ ਪੱਲੇ ਨਹੀਂ ਪੈਂਦੀ। ਫਿਰ ਤੂੰ ਘਰ ਨਹੀਂ ਗਿਆ? ਕਹਿੰਦੇ ਘਰੋਂ ਵੀ ਮੇਰੇ ਘੂਰ ਪਊਗੀ, ਕੁੱਟ ਪਊਗੀ। ਕਹਿੰਦੇ ਜੂਬਿਆ ਜੇ ਤੇਰੇ ਅਸੀਂ ਕੁੱਟ ਦਾ ਪ੍ਰਬੰਧ ਕਰ ਦਈਏ, ਤੇਰੇ ਨਾ ਮਾਰ ਪਵੇ, ਕੁੱਟ ਨਾ ਪਵੇ, ਫੇਰ ਤੂੰ? ਕਹਿੰਦੇ ਮੈਂ ਜਾਇਆ ਕਰੂੰਗਾ। ਉਹ ਜਨਰਲ ਅਜੂਬ ਖਾਂ ਲਿਖਦੇ ਨੇ, ਕਹਿੰਦੇ ਮੈਨੂੰ ਗੁਰੂ ਕੇ ਵਜ਼ੀਰ ਗ੍ਰੰਥੀ ਬਾਬਾ ਜੀ ਅੰਦਰ ਲੈ ਗਏ ਮਹਾਰਾਜ ਜੀ ਦੇ ਕੋਲ, ਨਮਸਕਾਰ ਕੀਤੀ, ਬੱਚਾ ਸੀ। ਕਹਿੰਦੇ ਮੈਨੂੰ, ਕਹਿੰਦੇ ਮੇਰੇ ਪਿੱਛੇ ਪਿੱਛੇ ਬੋਲ। ਉਹ ਕਹਿੰਦੇ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਿੰਦੇ ਮੂਲ ਮੰਤਰ ਮੈਨੂੰ ਪਿੱਛੇ ਪਿੱਛੇ ਉਹਨਾਂ ਨੇ ਦਰੜਾਉਣ ਲਈ ਕਿਹਾ, ਮੈਂ ਬਹੁਤ ਵਾਰੀ ਤੇ ਮੈਨੂੰ ਉਹਨਾਂ ਨੇ ਰਟਨ ਕਰਾ ਦਿੱਤਾ, ਯਾਦ ਕਰਾ ਦਿੱਤਾ, ਦਰੜਾਇਆ। ਕਹਿੰਦੇ ਬਾਬਾ ਜੀ ਹੁਣ ਮੈਂ ਕੀ ਕਰਾਂ? ਕਹਿੰਦੇ ਇਉਂ ਕਰਨਾ, ਤੂੰ ਸਵੇਰ ਸ਼ਾਮ ਜਾਂਦੇ ਤੁਰਦੇ ਫਿਰਦੇ ਜਦੋਂ ਵੀ ਜਾਣਾ ਵਾ, ਇਹਨੂੰ ਰਟਦੇ ਨੇ ਜਾਣਾ ਵਾ। ਕਹਿੰਦੇ ਬਾਬਾ ਜੀ ਠੀਕ ਆ, ਤੇ ਇਹਨੂੰ ਰਟਦੇ ਨਹੀਂ ਜਾਣਾ। ਕਹਿੰਦੇ ਮੈਨੂੰ ਇੱਕ ਗੱਲ ਦੱਸੋ, ਅਜੂਬ ਖਾਂ ਕਹਿੰਦਾ ਫਿਰ ਮੇਰੇ ਕੁੱਟ ਨਹੀਂ ਪਊਗੀ? ਕਹਿੰਦੇ ਨਹੀਂ ਜੂਬਿਆ ਤੇਰੇ ਕੁੱਟ ਨਹੀਂ ਪੈਣੀ। ਕਹਿੰਦੇ ਬਾਬਾ ਜੀ, ਕਹਿੰਦੇ ਗੱਲ ਸੁਣ, ਇਹ ਹੈ ਕੀ ਆ? ਜਨਰਲ ਅਜੂਬ ਖਾਂ ਪੁੱਛਦਾ ਵਾ ਗ੍ਰੰਥੀ ਜੀ ਨੂੰ। ਕਹਿੰਦੇ ਜੂਬਿਆ ਇਹ ਗੁਰੂ ਨਾਨਕ ਸਾਹਿਬ ਦਾ ਕਲਾਮ ਹੈ, ਤੈਨੂੰ ਮੈਂ ਇਸ ਬਾਣੀ ਦੇ, ਇਸ ਕਲਾਮ ਦੇ ਲੜ ਲਾ ਦਿੱਤਾ। ਤੂੰ ਮਨ ਦੇ ਵਿੱਚ ਤੇਰਾ ਮਨ ਇਕਾਗਰ ਹੋਊਗਾ, ਗੁਰੂ ਨਾਨਕ ਨੇ ਆਪੇ ਰਹਿਮਤ ਕਰਨੀ ਆ। ਕਹਿੰਦੇ ਅੱਜ ਬੜੀ ਮਨ 'ਚ ਖੁਸ਼ੀ, ਘਰ ਚਲਿਆ ਗਿਆ, ਮੂਲ ਮੰਤਰ ਦਾ ਜਾਪ ਕੀਤਾ, ਕਿਸੇ ਨੂੰ ਨਾ ਦੱਸਿਆ। ਸਵੇਰੇ ਵੀ ਉੱਠਿਆ, ਅੱਗੇ ਮੈਂ ਚਾਅ ਦੇ ਨਾਲ ਜਾਣ ਨੂੰ ਸਕੂਲ ਲਈ ਤਿਆਰ ਨਹੀਂ ਸੀ ਹੁੰਦਾ। ਅੱਜ ਪਹਿਲਾ ਦਿਨ ਸੀ, ਕਹਿੰਦੇ ਚਾਅ ਦੇ ਨਾਲ ਮੈਂ ਤਿਆਰ ਹੋ ਰਿਹਾ ਸੀ। ਕਿਉਂ? ਕਿਉਂਕਿ ਮਨ ਵਿੱਚ ਏਡੀ ਭਾਵਨਾ ਬਣ ਗਈ ਵੀ ਮੈਂ ਗੁਰੂ ਨਾਨਕ ਦੇ ਕਲਾਮ ਨੂੰ ਜਪ ਰਿਹਾ, ਮੇਰੇ ਅੱਜ ਤੋਂ ਕੁੱਟ ਨਹੀਂ ਪੈਣੀ। ਆਖੋ ਸਤਨਾਮ। ਇੱਕ ਇਸਲਾਮ ਸ਼ਰੀਅਤ ਨਾਲ ਸੰਬੰਧ ਰੱਖਣ ਵਾਲਾ ਅੱਜ ਚਲਿਆ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਰਸ ਕੀਤਾ ਜ਼ਿੰਦਗੀ ਦਾ। ਅਜੂਬ ਖਾਂ ਕਹਿੰਦਾ ਮੇਰਾ ਪਹਿਲਾ ਦਿਨ ਸੀ ਜਿੱਦਣ ਮੈਂ ਉਹ ਰਾਤ ਨੂੰ ਮੂਲ ਮੰਤਰ ਦਾ ਜਾਪ ਕੀਤਾ, ਸਵਖਤੇ ਉੱਠ ਕੇ ਕਰਕੇ ਆਇਆ। ਕਹਿੰਦੇ ਮੇਰੇ ਕੁੱਟ ਨਹੀਂ ਪਈ। ਮੇਰੀ ਐਡੀ ਸ਼ਰਧਾ ਵੱਧ ਗਈ, ਬਣ ਗਈ, ਐਡੀ ਭਾਵਨਾ ਬਣ ਗਈ, ਮਨ ਇਕਾਗਰ ਹੋਣ ਲੱਗ ਗਿਆ। ਸਾਧ ਸੰਗਤ ਜੀ, ਮਨ ਸ਼ਰਧਾ ਤਾਂ ਬਣ ਗਈ, ਇਕਾਗਰ ਹੋਣ ਲੱਗ ਗਿਆ। ਜਿਹੜੀ ਪੜ੍ਹਾਈ ਪੱਲੇ ਨਹੀਂ ਸੀ ਪੈਂਦੀ, ਪੈਣ ਲੱਗੀ। ਜਨਰਲ ਦੇ ਅਹੁਦੇ ਤੇ ਪਹੁੰਚਿਆ। ਕਹਿੰਦਾ ਅੱਜ ਕਹਿੰਦਾ ਮੈਂ ਪਾਕਿਸਤਾਨ ਦਾ ਜੇ ਰਾਸ਼ਟਰਪਤੀ ਆ ਤਾਂ ਇਸ ਗੁਰਬਾਣੀ ਦੀ ਬਦੌਲਤ ਹੈ। ਆਖੋ ਸਤਨਾਮ। ਆਓ ਸਮਾਪਤੀ ਦਾ ਜਿਹੜਾ ਸਮਾਂ ਹੋ ਗਿਆ, ਤੇ ਜਿਹੜੀ ਅੰਮ੍ਰਿਤ ਗੁਰਬਾਣੀ ਹੈ ਨਾ, ਜਿਸ ਭਾਵਨਾ ਦੇ ਨਾਲ ਦਰ ਘਰ ਦਾ ਸੇਵਕ ਪਰਿਵਾਰ, ਸਾਧ ਸੰਗਤ ਜੀ, ਭਾਈ ਸੁਰਜੀਤ ਸਿੰਘ ਜੀ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ, ਕਿਉਂਕਿ ਫੁਲਵਾੜੀ ਤਾਂ ਇਹ ਜਿਹੜੀ ਆ ਪ੍ਰਧਾਨ ਸਾਹਿਬ ਸਰਦਾਰ ਅਜੈਬ ਸਿੰਘ ਉਹਨਾਂ ਦੀ ਹੋਈ ਆ ਸਾਰੀ, ਤੇ ਉਹਨਾਂ ਦੇ ਦੋਵੇਂ ਬੇਟੇ। ਮਹਾਰਾਜ ਦੀ ਬਹੁਤ ਕਿਰਪਾ, ਗੁਰੂ ਸਾਹਿਬ ਦੀ ਸੇਵਾ ਤੇ ਦਰ ਘਰ ਦੀ ਸੇਵਾ ਦਾ ਸਦਕਾ ਪਰਿਵਾਰ ਸਾਰਾ ਹੀ ਜਿਹੜਾ ਸੈੱਟ ਆ। ਤੇ ਭਾਈ ਸੁਰਜੀਤ ਸਿੰਘ ਜੀ
ਤੇ ਭਾਈ ਰਣਜੀਤ ਸਿੰਘ ਜੀ ਜੋ ਵਿਦੇਸ਼ ਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ, ਕਿਰਤ ਬਿਰਤੇ ਲਾਏ ਹੋਏ ਨੇ, ਸੈੱਟ ਨੇ। ਉਹਨਾਂ ਦੀ ਪੋਤਰੀ ਅਜੈਬ ਸਿੰਘ ਜੀ, ਉਹਨਾਂ ਦੇ ਡਾਕਟਰ ਅਮਨਦੀਪ ਕੌਰ, ਤੇ ਉਹ ਕੈਨੇਡਾ ਨੇ। ਤੇ ਸਾਰਾ ਹੀ ਪਰਿਵਾਰ ਮਹਾਰਾਜ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਰਸੇ ਨੇ। ਇਹ ਸਾਰਾ ਹੀ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਸਤਿਗੁਰਾਂ ਦੇ ਮੁਬਾਰਕ ਚਰਨ ਆਪਣੇ ਪਰਿਵਾਰਾਂ ਦੇ ਗ੍ਰਹਿ ਵਿਖੇ ਮਹਾਰਾਜ ਜੀ ਨੂੰ ਬੁਲਾ ਕੇ ਸੇਵਾ ਕਰ ਰਹੇ ਨੇ। ਤੇ ਸੇਵਾ ਜਿਹੜੀ ਕੀਤੀ ਹੋਈ ਉਹ ਇਸ ਦਰ ਦੇ ਉੱਤੇ ਰਾਈ ਦੇ ਦਾਣੇ ਜਿੰਨੀ ਵੀ ਕੀਤੀ ਸੇਵਾ ਜਿਹੜੀ ਉਹ ਅਜਾਈ ਨਹੀਂ ਜਾਂਦੀ। ਭਾਗਾਂ ਵਾਲਾ ਪਰਿਵਾਰ ਹੈ, ਭਾਗਾਂ ਵਾਲੇ ਨੇ, ਤੇ ਸੇਵਾ ਮਿਲਦੀ ਵੀ ਕਰਮਾਂ ਵਾਲਿਆਂ ਨੂੰ ਹੈ। ਉਸ ਤੋਂ ਵੱਡੀ ਹੈ ਵੀ ਸਾਡੀ ਸ਼ਰਧਾ ਐਸੀ ਬਣ ਜਾਵੇ, ਸਾਡੀ ਭਾਵਨਾ ਐਸੀ ਬਣ ਜਾਵੇ, ਜਦੋਂ ਗੁਰੂ ਨਾਨਕ ਸਾਹਿਬ ਆਉਣ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਏਡਾ ਅਦਬ ਸਤਿਕਾਰ, ਸਾਧ ਸਾਂਝੀ, ਸਾਰੇ ਕੰਮ ਸਾਡੇ ਪਿੱਛੇ ਵੀ ਸਾਡੇ ਘਰ 3 ਦਿਨ ਸਾਡੇ ਜਿਹੜੇ ਅੱਡੀਆਂ ਨੇ ਧਰਤੀ ਦੇ ਨਾਲ ਨਾ ਲੱਗਣ, ਵੀ ਸਾਡੇ ਘਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਆਏ ਨੇ ਚੱਲ ਕੇ। ਗੁਰੂ ਕੇ ਵਜ਼ੀਰ ਪਾਠੀ ਸਾਹਿਬਾਨਾਂ ਦਾ ਇੰਨਾ ਵੱਧ ਕੇ ਸਤਿਕਾਰ ਕਰੀਏ ਵੀ ਗੁਰੂ ਕੇ ਵਜ਼ੀਰ ਨੇ, ਪਾਠੀ ਸਾਹਿਬਾਨ ਨੇ, ਸਾਧ ਸਾਂਝੀ, ਗੁਰੂ ਕੀ ਬਾਣੀ, ਇਹ ਗੁਰੂ ਕੇ ਅਮੋਲਕ ਬਚਨ ਆ ਸਾਡੇ ਕੰਨੀ ਪਾਰ ਰਹੇ ਨੇ। ਤੇ ਏਡੀ ਭਾਵਨਾ ਬਣ ਜਾ, ਗੁਰੂ ਘਰ ਵੀ ਜਾਈਏ ਨਾ ਤੇ ਏਡੀ ਭਾਵਨਾ ਹੋਵੇ। ਮੈਂ ਦਰਬਾਰ ਸਾਹਿਬ ਵਿੱਚ ਆ ਗਿਆ, ਗੁਰੂ ਨਾਨਕ ਬੈਠੇ ਨੇ ਪ੍ਰਤੱਖ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਮਤਾਂ ਕਿਤੇ ਉੱਚੀ ਬੋਲ ਬਣਾ ਨਿਕਲ ਜਾਵੇ। ਤੇ ਇਹ ਨਹੀਂ ਵੀ ਇੱਥੇ ਕਿਹੜਾ ਕੋਈ ਹੈ, ਕੋਈ ਦੇਖਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਜਿੰਨੀਆਂ ਸੰਗਤਾਂ ਆਈਆਂ ਪਰਿਵਾਰ ਵੱਲੋਂ ਸਭ ਨੂੰ ਜੀਓ ਆਇਆ, ਸਭ ਦਾ ਹੀ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਦੌਲਤ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਇਹ ਸੁਲੱਖਣੀਆਂ ਘੜੀਆਂ, ਸ਼ੋਭਨੀ ਘੜੀਆਂ ਮਹਾਰਾਜ ਜੀ ਨੇ ਬਖਸ਼ੀਆਂ ਨੇ। ਸਾਧ ਸੰਗਤ ਜੀ, ਇਹ ਸੱਚ ਹੈ ਤੇ ਮਹਾਂਪੁਰਖ ਐਸੇ ਪੜਿਆ ਕਰਦੇ ਸੀ। ਆਓ ਮੈਂ ਸਮਾਪਤੀ ਕਰਾਂ। ਗੁਰਦੇਵ ਮੇਰੇ ਘਰ ਆਏ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। 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 ਚੱਲ ਆਈਆਂ ਨਾਲ ਬਹਾਰਾਂ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਨਾਲੇ ਸੰਗਤਾਂ ਆਈਆਂ ਚੱਲ ਕੇ, ਹੰਸਾਂ ਦੀਆਂ ਬਣ ਬਣ ਡਾਰਾਂ। ਸਭ ਸੰਗਤਾਂ ਆਈਆਂ ਚੱਲ ਕੇ, ਹੰਸਾਂ ਦੀਆਂ ਬਣ ਬਣ ਡਾਰਾਂ। ਸੰਗਤਾਂ ਆਈਆਂ ਚੱਲ ਕੇ, ਹੰਸਾਂ ਦੀਆਂ ਬਣ ਬਣ ਡਾਰਾਂ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ।
ਸੱਚ ਹੈ। ਐਸੀ ਭਾਵਨਾ ਸਾਡੀ ਹਿਰਦੇ ਚੋਂ ਸਤਿਗੁਰ ਮਹਾਰਾਜ ਜੀ ਆਪ ਹੀ ਬਣਾ ਦੇਣ। ਜਿੰਨੀ ਸੰਗਤ ਆਈ ਸਭ ਨੂੰ ਜੀਓ ਆਇਆ, ਸਭ ਦਾ ਹੀ ਭਾਈ ਧੰਨਵਾਦ। ਆਓ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਗਲ 'ਚ ਪੱਲਾ ਪਾ ਕੇ ਮੰਗੀਏ, ਸਤਿਗੁਰ ਜੀ ਕਿਰਪਾ ਕਰੋ, ਜੋ ਆਪ ਜੀ ਤਾਕੀਦ ਕਰ ਰਹੇ ਹੋ ਉਹ ਕਰਮਾਂ ਨੂੰ ਸਾਧ ਸਾਂ ਜੀ ਸਾਤੋਂ ਖਹਿੜਾ ਨਹੀਂ ਛੁੱਟਦਾ। ਮਹਾਰਾਜ ਜੀ ਖੋਟੇ ਕਰਮਾਂ ਤੋਂ ਖਹਿੜਾ ਛੁਡਾ ਲਿਓ, ਸ਼ੁਭ ਕਰਮਾਂ ਦੀ ਖੇਤੀ ਆਪ ਜੀ ਕਰਵਾ ਲਿਓ। ਕਿਰਪਾ ਕਰੋ ਮਹਾਰਾਜ, ਜੋ ਗੁਰੂ ਕੀ ਬਾਣੀ, ਗੁਰੂ ਕਾ ਉਪਦੇਸ਼, ਸਾਧ ਸੰਗੀ ਸਾਨੂੰ ਜੋ ਕੁਛ ਗੁਰੂ ਸਾਹਿਬ ਛੱਡਣ ਨੂੰ ਕਹਿੰਦੇ ਉਹਨੂੰ ਛੱਡੀਏ, ਜੋ ਗੁਰੂ ਸਾਹਿਬ ਗ੍ਰਹਿਣ ਕਰਨ ਨੂੰ ਕਹਿੰਦੇ ਉਹਨੂੰ ਗ੍ਰਹਿਣ ਕਰੀਏ, ਗੁਰੂ ਵਾਲੇ ਬਣੀਏ। ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਮੁਰਾ। ਚਰਨ ਦੀ ਦਰ ਘਰ ਦੀ ਸੇਵਾ ਆਪ ਹੀ ਅੱਗੇ ਤੋਂ ਇਸੇ ਤਰ੍ਹਾਂ ਲੈਂਦੇ ਰਹਿਣ। ਦਰ ਘਰ ਦੀ ਸੇਵਾ ਆਪਣੇ ਦਰ ਦੇ ਉੱਤੇ ਪਰਿਵਾਰ ਕਰਨ ਤੇ ਸਾਧ ਸੰਗਤ ਜੀ ਪਰਿਵਾਰ ਦੀਆਂ ਸ਼ੋਭ ਮਨੋਭਾਵਨਾਵਾਂ ਪੂਰੀਆਂ ਕਰਨ, ਚਰਨਾਂ ਦੇ ਨਾਲ ਜੋੜ ਕੇ ਰੱਖਣ। ਆਪਸੀ ਸਾਰੇ ਪਰਿਵਾਰ ਵਿੱਚ ਇਸੇ ਤਰ੍ਹਾਂ ਮਿਲ ਕੇ ਬੈਠਣ ਦਾ ਪ੍ਰੇਮ ਇਤਫਾਕ ਦੀ ਭਾਵਨਾ ਬਖਸ਼ਿਸ਼ ਕਰਨ। ਆਓ ਦਾਸ ਕੋਲੋਂ ਬੋਲਦੇ ਆ, ਗੁਰਮਤਿ ਤੋਂ ਅਧੂਰਾ ਲਫ਼ਜ਼ ਆਖ ਗਿਆ ਹੋਵਾਂ, ਨਦਾਨ ਜਿਹਾ ਬੱਚਾ ਜਾਣ ਕੇ ਸਾਰੀ ਸੰਗਤ ਨੇ ਖਿਮਾ ਕਰ ਦੇਣੀ। ਦਾਸ ਕੋਈ ਕੀਰਤਨੀਆ ਨਹੀਂ, ਨਾ ਕੋਈ ਬੁਲਾਰਾ, ਨਾ ਬਖਤਾ। ਇਹ ਤਾਂ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਜਿਨ੍ਹਾਂ ਸਤਿਪੁਰਖਾਂ ਦੀ ਸੰਗਤ ਬਖਸ਼ੀ ਹੈ। ਸਾਧ ਸਾਈਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਮਾਲਾ ਦੇ ਸੁੱਚੇ ਮੋਤੀ, ਧੰਨ ਧੰਨ ਸ੍ਰੀ ਹਜ਼ੂਰ ਬਾਬਾ ਮੀਆਂ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ, ਉਹਨਾਂ ਦੀ ਸੰਗਤ ਦੀ ਬਦੌਲਤ ਅਤੇ ਬਾਬਾ ਜੀ ਦਾ ਮੌਜੂਦਾ ਨਿਜ ਸਰੂਪ ਪਰਮ ਪੂਜਨੀਕ ਧੰਨ ਬਾਬਾ ਹਰਨੇਕ ਸਿੰਘ ਮਹਾਰਾਜ ਜੀ, ਬਸ ਉਹਨਾਂ ਦੀ ਸੰਗਤ ਅਸੀਸ ਦਾ ਸਦਕਾ ਸੰਗਤਾਂ ਦੇ ਚਰਨਾਂ ਵਿੱਚ ਜੋੜੇ ਚਾੜਨ ਦੀ ਸੇਵਾ ਲੈ ਲੈਂਦੇ ਨੇ। ਬੇਅੰਤ ਹੋ ਗਈਆਂ ਨੇ ਭੁੱਲਾਂ, ਸਾਰੀ ਸੰਗਤ ਨੇ ਖਿਮਾ ਕਰ ਦੇਣੀ। ਜੀਓ ਆਇਆਂ ਨੂੰ ਸਭ ਸੰਗਤਾਂ ਨੂੰ ਕੋਟ ਕੋਟ ਸ਼ੁਕਰਾਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਆਨੰਦ ਸਾਹਿਬ ਉਪਰੰਤ ਅਰਦਾਸ ਬੇਨਤੀ, ਸਤਿਗੁਰਾਂ ਦੇ ਪਾਵਨ ਪਵਿੱਤਰ ਮੁਖ ਵਾਕ ਹੁਕਮਨਾਮੇ ਆਪਣੀ ਝੋਲੀ ਵਿੱਚ ਪਾ ਕੇ ਮਹਾਰਾਜ ਤੋਂ ਮੰਗ ਕਰਨੀ ਹੈ, ਮਹਾਰਾਜ ਇਹ ਤੇ ਅਮਲ ਹੋ ਜਾਵੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। RAM ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰਾਤ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਪਾਰ
ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਸੂਰੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਦਿਵਸ ਰਾਤ ਦਾਈ ਦਇਆ ਖੇਲਾ ਸਗਲ ਜਗਤ ਕਰਮੀ ਆਪੋ ਆਪਣੇ ਇਹ ਨੇੜੇ ਕੇ ਦੂਰ ਨਾਨਕ ਦੇ ਮੁਖ ਉਜਲੇ ਇਤੀ ਛੁੱਟੀ ਨਾਲ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ